ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਮਾਸ ਖਾਣ ਦੇ ਨਾਲ ਸਰੀਰ ਦੇ ਉੱਤੇ ਕੀ ਅਸਰ ਪੈਂਦਾ, ਸਰੀਰ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈਗਾ, ਇਸ ਦੇ ਉੱਪਰ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਸਿੱਖੀ ਦੇ ਰਹਿਤਨਾਮੇ ਦੇ ਅੰਦਰ 4 ਬੱਜਰ ਕਰੈਤਾਂ ਦਾ ਜ਼ਿਕਰ ਜਿਹੜਾ ਉਹ ਆ ਰਿਹਾ ਹੈਗਾ। ਇਹਨਾਂ 4 ਬੱਜਰ ਕਰੈਤਾਂ ਦੇ ਵਿੱਚੋਂ ਇੱਕ ਬੱਜਰ ਕਰੈਤ ਹੈ ਕੁੱਠਾ ਮਾਸ ਖਾਣਾ। ਸੋ ਹੁਣ ਕੁੱਠਾ ਮਾਸ ਕੀ ਹੈਗਾ, ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਅਗਰ ਮਾਸ ਖਾਣਾ ਜਾਂ ਨਾ ਖਾਣਾ ਹੁੰਦਾ ਤਾਂ ਮਹਾਰਾਜ ਨੇ ਮਾਸ ਖਾਣ ਨੂੰ ਸਿੱਧੇ ਤੌਰ ਦੇ ਉੱਤੇ ਜਿਹੜੇ ਸੀ ਉਹ ਬੱਜਰ ਕਰੈਤ ਦੇ ਵਿੱਚ ਸ਼ਾਮਲ ਕਰ ਦੇਣਾ ਸੀਗਾ ਕਿ ਸਿੱਖ ਲਈ ਮਾਸ ਖਾਣਾ ਆ ਇਹ ਜਿਹੜਾ ਹੈ ਨਾ ਇਹ ਬੱਜਰ ਕਰੈਤ ਹੈ। ਪਰ ਉੱਥੇ ਲਿਖਿਆ ਹੈ ਕਿ ਸਿੱਖ ਲਈ ਕੁੱਠਾ ਮਾਸ ਖਾਣਾ। ਹੁਣ ਕੁੱਠਾ ਮਾਸ ਖਾਣ ਦਾ ਭਾਵ ਕੀ ਹੈ ਕਿ ਉਹ ਮਾਸ ਜਿਹੜਾ ਮੁਸਲਮਾਨੀ ਕਲਮਾਂ ਦੇ ਨਾਲ ਪੜ੍ਹ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈਗਾ। ਇਹਦਾ ਮਤਲਬ ਕੀ ਹੈਗਾ ਕਿ ਮਹਾਰਾਜ ਨੇ ਕੁੱਠਾ ਮਾਸ ਲਿਖਿਆ, ਪਰ ਇਹਦਾ ਅਸੀਂ ਅਰਥ ਜਿਹੜਾ ਹੈ ਨਾ ਉਹ ਕੱਢਿਆ ਹੈਗਾ ਕਿ ਭਾਈ ਝਟਕਾ ਖਾਣਾ। ਸੋ ਅਗਰ ਝਟਕਾ ਖਾਣਾ ਹੁੰਦਾ ਤਾਂ ਮਹਾਰਾਜ ਨੇ ਉੱਥੇ ਫਿਰ ਝਟਕਾ ਲਿਖ ਦੇਣਾ ਸੀਗਾ। ਪਰ ਅਸਲ ਦੇ ਵਿੱਚ ਕੀ ਆ, ਮਹਾਰਾਜ ਨੇ ਕੁੱਠੇ ਮਾਸ ਤੋਂ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈਗਾ ਕਿ ਮਾਸ ਦਾ ਅਸਲ ਦੇ ਵਿੱਚ ਕਿਸੇ ਵੀ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਵੇਂ ਕਿਸੇ ਦਾਲ ਦਾ, ਕਿਸੇ ਸਬਜ਼ੀ ਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਇਸੇ ਤਰ੍ਹਾਂ ਇਹ ਮਾਸ ਦਾ ਵੀ ਹੈ ਨਾ ਕਿਸੇ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਇਸੇ ਕਰਕੇ ਸਿੱਖ ਧਰਮ ਸਾਰੇ ਧਰਮਾਂ ਤੋਂ ਨਿਆਰਾ ਹੈਗਾ, ਇਹਦੀ ਸੋਚ ਨਿਆਰੀ ਹੈਗੀ ਆ। ਸਾਰੀਆਂ ਸੋਚਾਂ ਤੋਂ ਜੋ ਪੰਥ ਦੀ ਸੋਚ, ਜੋ ਅਧਿਆਤਮਿਕ ਰੂਹਾਨੀ ਸੋਚ ਹੈ ਨਾ, ਇਹ ਸਭ ਤੋਂ ਉੱਤਮ ਸੋਚ ਗਿਣੀ ਗਈ ਹੈਗੀ ਆ। ਇਸੇ ਕਰਕੇ ਸਾਨੂੰ ਹੈ ਨਾ ਗੁਰਬਾਣੀ ਨੇ ਇਹਦੇ ਸੰਬੰਧ ਦੇ ਵਿੱਚ ਬੜਾ ਕੁਛ ਜਾਣੀ ਸਾਨੂੰ ਸਮਝਾਇਆ ਹੈ। ਜਿਵੇਂ ਗੁਰਬਾਣੀ ਸਾਨੂੰ ਇਹ ਦੱਸਦੀ ਆ ਕਿ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਹੁਣ ਇੱਥੇ ਦੱਸਿਆ ਕਿ ਪਹਿਲੇ ਦੀ ਗੱਲ ਇਹ ਕਿ ਮਾਸ ਖਾਣਾ ਜਾਂ ਨਾ ਖਾਣਾ, ਇਹਦੀ ਬਹਿਸ ਜਿਹੜੇ ਕਰਦੇ ਹਨ ਇਹਦੇ ਵਿੱਚ ਕਹਿੰਦੇ ਪਹਿਲਾਂ ਤਾਂ ਉਹ ਮੂਰਖਾਂ ਦੀ ਸ਼੍ਰੇਣੀ ਦੇ ਵਿੱਚ ਆ ਜਾਂਦੇ ਆ। ਕਿਉਂਕਿ ਮਾਸ ਤੇ ਸਬਜ਼ੀ, ਇਹਦਾ ਮਤਲਬ ਕੀ ਹੈ, ਜਿਵੇਂ ਮਹਾਰਾਜ ਨੇ ਸਾਨੂੰ ਗੁਰਬਾਣੀ ਨੇ ਦੱਸਿਆ ਹੈ ਕਿ ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਕਹਿੰਦੇ ਵੀ ਇਹ ਦੱਸੋ ਮਾਸ ਦੇ ਖਾਣ ਨਾਲ ਪਾਪ ਚੜ੍ਹਦਾ ਹੈ ਜਾਂ ਸਬਜ਼ੀ ਦੇ ਖਾਣ ਨਾਲ ਪਾਪ ਚੜ੍ਹਦਾ ਹੈ। ਅਸਲ ਦੇ ਵਿੱਚ ਕੀ ਹੈ ਕਿ ਮਾਸ ਜਿਹੜਾ ਹੈ ਨਾ ਇਹ ਕੋਈ ਬਹੁਤ ਵੱਡੀ ਜਿਹੜੀ ਅਸੀਂ ਕਹਿੰਦੇ ਹਾਂ ਕਿ ਇਹ ਸਬਜ਼ੀ ਹੈ ਜਾਂ ਖੁਰਾਕ ਹੈ, ਇਸ ਤਰ੍ਹਾਂ ਗੁਰਬਾਣੀ ਵਿੱਚ ਨਹੀਂ ਦੱਸਿਆ ਗਿਆ ਹੈਗਾ। ਪਰ ਜਿਵੇਂ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਵਿੱਚ ਮਨੁੱਖ ਨੂੰ ਇਹ ਜਿਹੜੀ ਜੂਨੀ ਹੈਗੀ ਇਹ ਧਰਤੀ ਦੀ ਸਿਕਦਾਰ ਜੂਨੀ ਬਣਾਈ ਗਈ ਆ। ਅਤੇ ਜਿਵੇਂ ਗੁਰਬਾਣੀ ਨੇ ਸਾਨੂੰ ਕਿਹਾ ਹੈ ਕਿ ਅਵਰ ਜੂਨ ਤੇਰੀ ਪਨਹਾਰੀ, ਇਸ ਧਰਤੀ ਮੇਂ ਤੇਰੀ ਸਿਕਦਾਰੀ। ਅਤੇ ਸਰਦਾਰ ਜੂਨੀ ਦਾ ਭਾਵ ਹੈਗਾ ਕਿ ਇਹ ਜੂਨ ਸਭ ਤੋਂ ਵੱਧ ਸ੍ਰੇਸ਼ਟ ਜੂਨ ਹੈ। ਹਰੇਕ ਕਰਮ ਦੇ ਵਿੱਚ ਇਹ ਜੂਨ ਪ੍ਰਧਾਨ ਹੈਗੀ ਆ। ਸੋ ਕਹਿਣ ਤੋਂ ਭਾਵ ਹੈ ਕਿ ਇਸ ਜੂਨ ਦੇ ਵਿੱਚ ਇਨਸਾਨ ਨੂੰ ਵਾਹਿਗੁਰੂ ਜੀ ਨੇ ਸੋਝੀ ਬਖਸ਼ੀ ਹੈ। ਹੁਣ ਗੱਲ ਸੋਝੀ ਤੇ ਹੈ, ਅਤੇ ਇਸ ਕਰਕੇ ਸੋਝੀ ਵਾਸਤੇ ਬਹੁਤ ਵੱਡੇ ਜਿਹੜੇ ਹੈ ਨਾ ਗਿਆਨ ਦੀ ਲੋੜ ਹੈ, ਪ੍ਰਕਾਸ਼ ਦੀ ਲੋੜ ਹੈ, ਗੁਰੂ ਜੀ ਦੀ ਲੋੜ ਹੈ। ਅਤੇ ਸਿੱਖ ਨੂੰ ਧੰਨ ਕਲਗੀਧਰ ਪਿਤਾ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਿਆ ਹੈਗਾ। ਸੋ ਆਓ ਅੱਜ ਆਪਾਂ ਨਾ ਮਾਸ ਖਾਣ ਜਾਂ ਨਾ ਖਾਣ ਦੇ ਉੱਤੇ ਜੋ ਸਾਨੂੰ ਗੁਰਬਾਣੀ ਨੇ ਇਹ ਗੱਲ ਹੈ ਨਾ ਸਮਝਾਈ ਹੈਗਾ ਕਿ ਸਿੱਖ ਨੇ ਸੋਝੀ ਤੋਂ ਦੇਖਣਾ ਹੈਗਾ ਕਿ ਮਾਸ ਖਾਣਾ ਕੀ ਇਨਸਾਨ ਵਾਸਤੇ ਯੋਗ ਹੈ ਜਾਂ ਨਹੀਂ ਯੋਗ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਨੇ ਸਾਨੂੰ ਦੱਸਿਆ ਕਿ ਉਸ ਅਕਾਲ ਪੁਰਖ ਨੇ 84 ਲੱਖ ਜੂਨ ਬਣਾਈ ਆ। ਹੁਣ ਇਸ 84 ਲੱਖ ਜੂਨ ਦੇ ਅੰਦਰ ਅੱਧੀ ਜੂਨ ਜਿਹੜੀ ਹੈ ਨਾ ਉਹ ਜਲ ਦੇ ਵਿੱਚ ਅਤੇ ਅੱਧੀ ਜੂਨ ਜਲ ਤੋਂ ਬਾਹਰ, ਭਾਵ ਕਿ 42 ਲੱਖ ਜੂਨ ਜਿਹੜੀ ਹੈ ਨਾ ਉਹ ਜਲ ਵਿੱਚ ਹੈ, 42 ਲੱਖ ਜਲ ਤੋਂ ਬਾਹਰ ਇਸ ਧਰਤੀ ਦੇ ਉੱਤੇ ਰਹਿੰਦੀ ਹੈ। ਹੁਣ ਜਿਹੜੀ ਜਲ ਵਾਲੀ ਜੂਨ ਹੈਗੀ ਆ, ਗੁਰਬਾਣੀ ਨੇ ਇਹ ਆਖਿਆ ਹੈਗਾ ਕਿ ਇਹ ਜਲ ਵਾਲੀ ਜੂਨਾਂ ਦਾ ਜਿਹੜਾ ਹੈ ਨਾ ਆਹਾਰ ਹੈ ਉਹ ਕੀ ਹੈ ਕਿ ਜੀਆਂ ਕਾ ਆਹਾਰ ਜੀ ਖਾਵਣਾ, ਜੀ ਕਾ ਆਹਾਰ ਜੀ ਖਾਣਾ ਇਹ ਕਰੇ। ਭਾਵ ਕੀ ਆ ਕਿ ਜੀਵਾਂ ਦਾ ਆਹਾਰ ਜਲ ਦੇ ਵਿੱਚ ਜੀਵ ਹੀ ਖਾਣਾ ਹੈਗਾ। ਕਿਉਂ ਜੀਵ ਖਾਣਾ ਹੈਗਾ? ਉਹ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਹੈਗਾ ਕਿ ਜਲ ਦੇ ਅੰਦਰ ਜੀਵ ਜਿਹੜੇ ਹਨ ਕੋਈ ਰਿਜ਼ਕ ਜਿਹੜਾ ਹੈ ਨਾ ਉਹ ਨਹੀਂ ਚੱਲਦਾ ਇਹਨਾਂ ਜੀਵਾਂ ਦੇ ਵਿੱਚ।
ਕੋਈ ਕਾਰ ਨਹੀਂ ਚੱਲਦੀ ਹੈਗੀ ਆ। ਜਿਵੇਂ ਸ਼ਬਦ ਨੂੰ ਆਪਾਂ ਅਗਰ ਥੋੜ੍ਹਾ ਜਿਹਾ ਖੋਲ੍ਹਦੇ ਹਾਂ ਤਾਂ ਬਾਣੀ ਸਾਨੂੰ ਦੱਸਦੀ ਆ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੇ ਜੰਤ ਉਪਾਏ ਕੇ ਤਿਨਾ ਵੀ ਰੋਜੀ ਦੇ, ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ। ਹੁਣ ਦੇਖੋ ਜਲ ਦੇ ਅੰਦਰ ਕੋਈ ਹੱਟੀ ਨਹੀਂ, ਕੋਈ ਬਿਜ਼ਨਸ ਨਹੀਂ ਚੱਲਦਾ, ਕੋਈ ਮਿਹਨਤ ਮਜ਼ਦੂਰੀ ਨਹੀਂ ਕਰਦਾ। ਇਸ ਕਰਕੇ ਜਲ ਦੇ ਵਿੱਚ ਕੀ ਹੈ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਉੱਥੇ ਜੀਵਾਂ ਦਾ ਆਹਾਰ ਜਿਹੜਾ ਹੈ ਨਾ ਜੀਵ ਖਾਣਾ ਹੈਗਾ। ਸੋ ਇਹਦਾ ਮਤਲਬ ਕੀ ਹੈ, ਜਿਹੜੀ ਜਲ ਦੀ 42 ਲੱਖ ਜੂਨ ਆ ਉਹਨਾਂ ਦਾ ਆਹਾਰ ਜਿਹੜਾ ਹਨ ਇੱਕ ਦੂਸਰੇ ਦੇ ਨਾਲ ਜੁੜਿਆ ਹੈਗਾ, ਮਾਸ ਦੇ ਨਾਲ। ਸੋ ਆਓ ਅੱਜ ਥੋੜ੍ਹਾ ਜਿਹਾ ਆਪਾਂ ਜਲ ਤੋਂ ਬਾਹਰ ਦੀ ਗੱਲ ਕਰੀਏ। ਹੁਣ ਜਲ ਦੇ ਅੰਦਰ ਬਾਹਰ ਜਿਹੜੇ ਹਨ ਵਾਹਿਗੁਰੂ ਜੀ ਨੇ ਜੀਵ ਬਣਾਏ ਆ। ਇਹਦੇ ਵਿੱਚੋਂ ਕਈ ਜੀਵ ਮਾਸਾਹਾਰੀ ਆ ਅਤੇ ਕਈ ਜੀਵ ਸ਼ਾਕਾਹਾਰੀ ਵੀ ਬਣਾਏ ਹੋਏ ਆ। ਹੁਣ ਜਿਵੇਂ ਮਾਸਾਹਾਰੀ ਜੀਵ ਆਪਾਂ ਲੈ ਦਿੰਦੇ ਹੈ ਕਿ ਕੁੱਤਾ ਵੀ ਜਿਹੜਾ ਹਨ ਇਸ ਢੰਗ ਦਾ ਬਣਾਤਾ, ਬਿੱਲੀ ਵੀ ਬਣਾਤੀ ਆ, ਸ਼ੇਰ, ਬਘਿਆੜ, ਚੀਤੇ, ਇਹ ਸਾਰੇ ਮਾਸਾਹਾਰੀ ਜਾਨਵਰ ਬਣਾਏ ਆ। ਇਸੇ ਤਰ੍ਹਾਂ ਆਪਾਂ ਥੋੜ੍ਹਾ ਜਿਹਾ ਅਗਰ ਪੰਛੀਆਂ ਦੇ ਵੱਲ ਵੀ ਨਜ਼ਰ ਮਾਰੀਏ, ਹੁਣ ਪੰਛੀ ਵੀ ਜਿਹੜੇ ਹਨ ਉਹ ਕਈ ਮਾਸਾਹਾਰੀ ਆ ਅਤੇ ਕਈ ਪੰਛੀ ਜਿਹੜੇ ਹਨ ਉਹ ਸ਼ਾਕਾਹਾਰੀ, ਜਿਹੜੇ ਬਿਲਕੁਲ ਮਾਸ ਦੀ ਵਰਤੋਂ ਨਹੀਂ ਕਰਦੇ। ਹੁਣ ਗੱਲ ਇਹ ਆ ਕਿ ਇਹਨਾਂ ਜਾਨਵਰਾਂ ਦੇ ਪਿੱਛੇ ਭੇਦ ਵਾਹਿਗੁਰੂ ਨੇ ਕੀ ਬਣਾਇਆ ਕਿ ਜਿਹੜੇ ਮਾਸਾਹਾਰੀ ਜਾਨਵਰ ਵਾ ਉਹਨਾਂ ਦੇ ਵਿੱਚ ਦੰਦ ਜਿਹੜੇ ਹਨ ਉਹ ਤਿੱਖੇ ਹੁੰਦੇ ਆ, ਮਾਸਾਹਾਰੀਆਂ ਦੇ ਦੰਦ। ਅਤੇ ਜਿਹੜੇ ਮਾਸਾਹਾਰੀਆਂ ਦੇ ਦੰਦ ਤਿੱਖੇ ਹੁੰਦੇ ਆ, ਕੁਦਰਤ ਨੇ ਉਹਨਾਂ ਨੂੰ ਇਸ ਢੰਗ ਦੀ ਬਣਾਵਟ ਦਿੱਤੀ ਆ। ਅਤੇ ਪਰ ਜਿਹੜੇ ਸ਼ਾਕਾਹਾਰੀ ਜੀਵ ਬਣਾਏ ਆ ਉਹਨਾਂ ਦੇ ਦੰਦ ਜਿਹੜੇ ਹਨ ਉਹ ਚਪਟੇ ਹੁੰਦੇ ਆ, ਉਹ ਤਿੱਖੇ ਨਹੀਂ ਹੁੰਦੇ। ਦੂਸਰਾ ਕੀ ਆ, ਇਹਦੇ ਵਿੱਚ ਭੇਦ ਕੁਦਰਤ ਨੇ ਸਾਨੂੰ ਸਮਝਾਇਆ ਹੈਗਾ ਵਾਹਿਗੁਰੂ ਜੀ ਨੇ ਕਿ ਜਿਹੜੇ ਮਾਸਾਹਾਰੀ ਜਾਨਵਰ ਹੈਗੇ ਆ, ਇਹ ਜਾਨਵਰਾਂ ਦੀ ਜਿਹੜੀ ਹੈ ਨਾ ਪਾਣੀ ਪੀਣ ਦੀ ਆਦਤ ਹੈਗੀ ਆ ਉਹ ਲਪ ਲਪ ਕਰਕੇ ਪੀਣ ਦੀ ਆ। ਭਾਵ ਕੀ ਆ, ਇਹ ਜਾਨਵਰ ਜੀਵ ਦੇ ਨਾਲ ਪਾਣੀ ਪੀਂਦੇ ਆ, ਜਦ ਕਿ ਜਿਹੜੇ ਸ਼ਾਕਾਹਾਰੀ ਆ ਉਹ ਸਾਹ ਦੇ ਨਾਲ ਪੀਂਦੇ ਆ। ਇਹ ਸਾਰੀ ਚੀਜ਼ ਆਪਾਂ ਹੈ ਨਾ ਮਨੁੱਖ ਦੀ ਬੁੱਧੀ ਦੇ ਵਿੱਚ ਪਕੜ 'ਚ ਆਉਂਦੀ ਹੈ ਵੀ ਕੌਣ ਕੀ ਕਰਦਾ ਅਤੇ ਕੌਣ ਕੀ ਨਹੀਂ ਕਰਦਾ। ਹੁਣ ਅਗਰ ਮਨੁੱਖ ਥੋੜ੍ਹੇ ਜਿਹੇ ਆਪਣੇ ਆਪ ਦੇ ਨਾਲ ਤੁਲਨਾ ਕਰੇ ਕਿ ਮੈਂ ਮਾਸਾਹਾਰੀ ਹਾਂ ਜਾਂ ਮੈਂ ਸ਼ਾਕਾਹਾਰੀ ਹਾਂ, ਪਰ ਉਹ ਅਗਰ ਆਪਣੀ ਖੋਜ ਆਪ ਕਰਦਾ ਤਾਂ ਉਹ ਦੇਖਦਾ ਹੈਗਾ ਕਿ ਮੇਰੇ ਜਿਹੜੇ ਦੰਦ ਵਾ ਹਨ ਇਹ ਉਹਨਾਂ ਜਾਨਵਰਾਂ ਦੇ ਨਾਲ ਰਲਦੇ ਆ ਜਿਹੜੇ ਜਾਨਵਰ ਸ਼ਾਕਾਹਾਰੀ ਆ। ਭਾਵ ਕੀ ਆ, ਮੇਰੇ ਦੰਦ ਤਿੱਖੇ ਪਰਮੇਸ਼ਰ ਨੇ ਨਹੀਂ ਬਣਾਏ। ਦੂਸਰਾ ਕੀ ਆ ਕਿ ਜਿਹੜਾ ਮੇਰੇ ਪਾਣੀ ਪੀਣ ਦੀ ਕੁਦਰਤੀ ਕਿਰਿਆ ਹੈਗੀ ਆ ਇਹ ਉਹਨਾਂ ਜਾਨਵਰਾਂ ਵਰਗੀ ਨਹੀਂ ਜਿਹੜੇ ਮਾਸਾਹਾਰੀ ਆ, ਜਿਹੜੇ ਲੱਪ ਲੱਪ ਕਰਕੇ ਜੀਭ ਨਾਲ ਜਲ ਛਕਦੇ ਆ। ਹੁਣ ਮਨੁੱਖ ਵੀ ਜਿਹੜਾ ਹੈ ਨਾ ਸਾਹ ਦੇ ਨਾਲ ਪਾਣੀ ਪੀਂਦਾ ਹੈਗਾ। ਇਹਦਾ ਮਤਲਬ ਕੀ ਹੈ ਕਿ ਮਨੁੱਖ ਨੂੰ ਇਹ ਸੂਝੀ ਬਖਸ਼ੀ ਆ ਕਿ ਅਸਲ ਦੇ ਵਿੱਚ ਵਾਹਿਗੁਰੂ ਜੀ ਨੇ ਤੇਰਾ ਸਰੂਪ ਜਿਹੜਾ ਹੈ ਨਾ ਉਹ ਇਸ ਢੰਗ ਦਾ ਬਣਾਤਾ ਹੈਗਾ ਕਿ ਜਿਹਦੇ ਨਾਲ ਤੈਨੂੰ ਇਹ ਸੋਝੀ ਹੋਵੇ ਕਿ ਭਾਈ ਮੈਂ ਉਹ ਚੀਜ਼ ਖਾਣੀ ਆ ਜਿਸ ਚੀਜ਼ ਦੇ ਨਾਲ ਮੇਰੀ ਸਿਹਤ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੁਰਾ ਪ੍ਰਭਾਵ ਨਾ ਪਵੇ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਹ ਦੱਸਿਆ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੇ ਚਲੇ ਬਕਾਰ, ਕਿ ਉਹ ਚੀਜ਼ ਨਹੀਂ ਖਾਣੀ ਜਿਹੜੀ ਤੁਹਾਡੀ ਖੁਸ਼ੀ ਨੂੰ, ਤੁਹਾਡੇ ਆਨੰਦ ਨੂੰ, ਤੁਹਾਡੇ ਖੇੜੇ ਨੂੰ ਖੁਆਰ ਕਰਦੀ ਹੈ, ਉਹਦੇ ਵਿੱਚ ਵਿਘਨ ਪਾਉਂਦੀ ਹੈਗੀ ਆ ਅਤੇ ਤਨ ਦੇ ਵਿੱਚ ਕਿਸੇ ਤਰ੍ਹਾਂ ਦੀ ਪੀੜਾ ਜਾਂ ਬਿਮਾਰੀ ਜਿਹੜੀ ਹੈ ਨਾ ਉਹ ਉਸ ਚੀਜ਼ ਖਾਣ ਦੇ ਨਾਲ ਪੈਦਾ ਹੋ ਜਾਂਦੀ ਆ। ਹੁਣ ਆਪਾਂ ਥੋੜ੍ਹੇ ਜਿਹਾ ਨਾ ਸਿੱਧੇ ਤੌਰ 'ਤੇ ਅਗਰ ਆਪਾਂ ਵਿਚਾਰ ਕਰਦੇ ਹਾਂ, ਹੁਣ ਵਿਚਾਰ ਕਰਨ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਮਾਸ ਖਾਣ ਦੀ ਜਿਹੜੀ ਹੈ ਨਾ ਇੱਕ ਕਿਰਿਆ ਐਸੀ ਆ ਕਿ ਜਿਹਦੇ ਨਾਲ ਇਸ ਜੀਵ ਦੇ ਉੱਤੇ 3 ਤਰ੍ਹਾਂ ਦੇ ਸਿੱਧੇ ਤੌਰ 'ਤੇ ਪ੍ਰਭਾਵ ਪੈ ਜਾਂਦੇ ਆ। ਪਹਿਲਾ ਪ੍ਰਭਾਵ ਕੀ ਹੁੰਦਾ ਹੈਗਾ ਕਿ ਮਾਸ ਖਾਣ ਵਾਲੇ ਜਿਹੜੇ ਹੈ ਨਾ ਇਨਸਾਨ ਹੈਗੇ ਆ, ਇਹ ਮਾਸ ਉਹਨਾਂ ਦੇ ਅੰਦਰ ਕਿਸੇ ਨਾ ਕਿਸੇ ਬਿਮਾਰੀ ਦੀ ਸ਼ਕਲ ਨੂੰ ਪੈਦਾ ਕਰ ਦਿੰਦਾ। ਜਿਵੇਂ ਜਿਹੜੇ ਹੈ ਡਾਕਟਰ ਆਮ ਕਰਕੇ ਕਹਿੰਦੇ ਆ ਕਿ ਜਿਹੜੇ ਇਨਸਾਨ ਮਾਸ ਖਾਂਦੇ ਹਨ, ਮਾਸ ਸਿੱਧੇ ਤੌਰ 'ਤੇ ਉਹਨਾਂ ਨੂੰ ਦਿਲ ਦੀ ਬਿਮਾਰੀ ਪੈਦਾ ਕਰ ਦਿੰਦਾ। ਪਹਿਲਾਂ ਤਾਂ ਇਹਦਾ ਸਿੱਧਾ ਅਸਰ ਹੈ ਨਾ ਸਰੀਰ 'ਤੇ ਇਹ ਹੁੰਦਾ ਕਿ ਮਾਸ ਖਾਣ ਵਾਲੇ ਆਦਮੀ ਨੂੰ ਦਿਲ ਦੀ ਬਿਮਾਰੀ ਲੱਗਦੀ ਹੈ। ਦੂਸਰਾ ਕੀ ਹੁੰਦਾ ਮਾਸ ਖਾਣ ਵਾਲਿਆਂ ਦਾ, ਮਾਸ ਖਾਣ ਵਾਲਿਆਂ ਦੇ ਇਹ ਹੁੰਦਾ ਕਿ ਉਹਨਾਂ ਦੇ ਅੰਦਰ ਸੁਸਤੀ ਆ ਜਾਂਦੀ ਆ। ਜਿਹੜੇ ਆਦਮੀ ਮਾਸ ਖਾਂਦੇ ਹਨ ਉਹਨਾਂ ਦੇ ਅੰਦਰ ਸੁਸਤੀ ਜਿਹੜੀ ਹੈ ਨਾ ਇਹ ਆ ਜਾਂਦੀ ਆ। ਤੀਸਰਾ ਕੀ ਹੁੰਦਾ ਹੈਗਾ ਕਿ ਜਿਹੜੇ ਮਾਸ ਖਾਂਦੇ ਆ ਉਹਨਾਂ ਦੇ ਅੰਦਰ ਇਹ ਜਿਹੜੀ ਚੀਜ਼ ਆ ਨਾ ਇਹ ਸੂਖਮ ਹੋ ਕੇ ਇਸ ਦਿਮਾਗ ਦੇ ਉੱਤੇ ਵੀ ਅਸਰ ਕਰਦੀ ਆ, ਬੰਦੇ ਦੀ ਬੁੱਧੀ ਅਤੇ ਸੋਚ ਦੇ ਉੱਤੇ ਵੀ ਅਸਰ ਕਰਦੀ ਆ। ਭਾਵ ਕੀ ਆ, ਉਹਦੀ ਸੋਚਣੀ ਦੇ ਜਿਹੜੇ ਸੈੱਲ ਆ ਨਾ ਕਮਜ਼ੋਰ ਹੋ ਜਾਂਦੇ ਆ ਜਿਹੜੇ ਇਨਸਾਨ ਮਾਸ ਦੀ ਵਰਤੋਂ ਕਰਦੇ ਆ।
ਭਾਵ ਕਿ ਉਹਨਾਂ ਦੀ ਸੋਚਣ ਸ਼ਕਤੀ ਘਟ ਜਾਂਦੀ ਆ। ਹੁਣ ਦੇਖੋ ਥੋੜ੍ਹਾ ਜਿਹਾ ਆਪਾਂ ਹੈ ਨਾ ਬਚਾਅ ਨੂੰ ਥੋੜ੍ਹਾ ਜਿਹਾ ਹੋਰ ਵੀ ਅਗਰ ਬਰੀਕੀ ਨਾਲ ਦੇਖ ਲਈਏ ਕਿ ਗੁਰਬਾਣੀ ਨੇ ਸਾਨੂੰ ਇਹ ਚੀਜ਼ ਦਾ ਦੱਸਿਆ ਹੈਗਾ, ਖਾਸ ਕਰਕੇ ਇਨਸਾਨ ਦੀ ਸੋਚ ਦੇ ਵਿੱਚ ਸਿੱਧੇ ਤੌਰ 'ਤੇ ਇਹ ਜਿਹੜੀ ਚੀਜ਼ ਪ੍ਰੈਕਟੀਕਲ ਤੌਰ 'ਤੇ ਉੱਤੇ ਜਿਹੜੀ ਮੰਨੀ ਜਾਂਦੀ ਆ ਕਿ ਜੈਸਾ ਅੰਨ ਤੈਸਾ ਮਨ, ਕਿ ਜਿਹੋ ਜਿਹਾ ਕੋਈ ਅੰਨ ਖਾਵੇਗਾ ਉਹੋ ਜੀ ਜਿਹੜਾ ਮਨ ਹੈ ਨਾ ਉਸ ਅੰਨ ਖਾਣ ਦੇ ਪ੍ਰਭਾਵ ਨੂੰ ਕਬੂਲਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਚੀਜ਼ ਅੰਨ ਖਾਧੀ ਆ ਇਹ ਜ਼ਰੂਰੀ ਹੈ ਕਿ ਉਹ ਸਾਡਾ ਖੂਨ ਬਣੂਗੀ, ਅਤੇ ਜਿਹੜੀ ਚੀਜ਼ ਖੂਨ ਬਣਦੀ ਆ ਉਹ ਸਾਡੀ એનર્ਜੀ ਸ਼ਕਤੀ ਵੀ ਬਣਦੀ ਆ। ਅਤੇ ਅੰਨ ਦਾ ਕੀ ਹੈ ਕਿ ਦੂਸਰਾ ਅੰਨ ਦਾ ਰੂਪ ਸਾਡੇ ਅੰਦਰ ਕੀ ਬਣਦਾ ਕਿ ਅੰਨ ਦੇ ਵਿੱਚ ਜਿਹੜਾ ਬਚਿਆ ਅੰਨ ਹੁੰਦਾ ਹੈਗਾ ਉਹ ਵਿਸ਼ਟਾ ਬਣ ਕੇ ਹੈ ਨਾ ਬਾਹਰ ਮਲ ਮੂਤਰ ਥਾਣੀ ਜਾਂਦਾ ਹੈਗਾ। ਇਹ ਦੋ ਚੀਜ਼ਾਂ ਅੰਨ ਦੀਆਂ ਸਿੱਧੇ ਤੌਰ 'ਤੇ ਹੋ ਗਈਆਂ। ਪਰ ਤੀਸਰੀ ਜਿਹੜੀ ਇੱਕ ਹੈ ਨਾ ਬਰੀਕ ਚੀਜ਼ ਹੈਗੀ, ਜਿਹੜੀ ਸੂਖਮ ਚੀਜ਼ ਹੈ, ਉਹ ਬੜੀ ਕਮਾਲ ਦੀ ਹੈ। ਉਹ ਕੀ ਹੈ ਕਿ ਜਿਸ ਚੀਜ਼ ਦਾ ਅਸੀਂ ਮਾਸ ਖਾਂਦੇ ਹਾਂ, ਜਦੋਂ ਵੀ ਕਿਸੇ ਜਾਨਵਰ ਨੂੰ ਅਸੀਂ ਕੱਟਦੇ ਹਾਂ ਵੱਢਦੇ ਹਾਂ, ਜਦੋਂ ਉਹਨੂੰ ਕੱਟਦੇ ਵੱਢਦੇ ਹਾਂ ਉਸ ਟਾਈਮ ਕੋਈ ਵੀ ਜਿਹੜਾ ਇਨਸਾਨ ਵਾ ਹੈ ਨਾ ਉਹਨੂੰ ਕੱਟਦਾ ਵੱਢਦਾ ਉਹ ਇਹ ਚੀਜ਼ ਦੇਖਦਾ ਕਿ ਜਿਸ ਜਾਨਵਰ ਨੂੰ ਅਸੀਂ ਮਾਰਦੇ ਹਾਂ ਉਹਦੇ ਅੰਦਰ ਡਰ ਦੀ ਭਾਵਨਾ ਪੈਦਾ ਹੋ ਜਾਂਦੀ ਆ। ਪਰ ਦੇਖੋ ਦੋ ਚੀਜ਼ਾਂ ਦੇ ਵਿੱਚ ਆਪਾਂ ਥੋੜ੍ਹੀਆਂ ਜਿਹੀਆਂ ਗੌਰ ਕਰਕੇ ਦੇਖਦੇ ਹਾਂ ਕਿ ਇਸ ਪ੍ਰਕਿਰਤੀ ਦੇ ਅੰਦਰ ਪਰਮੇਸ਼ਰ ਨੇ ਦੋ ਚੀਜ਼ਾਂ ਬਣਾਈਆਂ, ਇੱਕ ਸੁਚੇਤ ਆ ਇੱਕ ਅਚੇਤ ਆ। ਹੁੰਦੀਆਂ ਤਾਂ ਭਾਵੇਂ ਸਾਰੀਆਂ ਸੁਚੇਤ ਆ, ਪਰ ਇਹਦੇ ਵਿੱਚੋਂ ਜੜ ਚੇਤਨ ਦੇ ਵਿੱਚ ਇਹ ਹੁੰਦਾ ਹੈਗਾ ਕਿ ਕਈਆਂ ਦੇ ਵਿੱਚ ਜਿਹੜੀ ਚੇਤਨ ਸੱਤਾ ਹੈ ਨਾ ਉਹ ਨਾ ਮਾਤਰ ਹੁੰਦੀ ਆ, ਅਤੇ ਖਾਸ ਕਰਕੇ ਜਿਹੜੀਆਂ ਚੀਜ਼ਾਂ ਜੜ ਹੈਗੀਆਂ ਉਹਨਾਂ 'ਚ ਨਾ ਮਾਤਰ, ਜਿਹੜੀਆਂ ਚੇਤਨਾ ਉਹਨਾਂ ਵਿੱਚ ਕੁਛ ਜ਼ਿਆਦਾ ਹੁੰਦੀ ਆ। ਜਿਵੇਂ ਅੱਜ ਦੀ ਸਾਇੰਸ ਨੇ ਇਹ ਵੀ ਕੱਢਿਆ ਹੈਗਾ ਕਿ ਕਿਸੇ ਦਰਖਤ ਨੂੰ ਅਗਰ ਕੋਈ ਕੱਟਣ ਦੇ ਇਰਾਦੇ ਨਾਲ ਚੱਲ ਜਾਵੇ, ਹੁਣ ਜਿਹੜੀ ਦਰਖਤ ਦੀ ਚੇਤਨ ਸੱਤਾ ਹੈ ਨਾ ਉਹ ਬੜੀ ਛੋਟੀ ਆ, ਪਰ ਅੱਜ ਸਾਇੰਸ ਨੇ ਇਸ ਚੀਜ਼ ਨੂੰ ਬੁੱਝ ਲਿਆ ਹੈਗਾ, ਇਹ ਚੀਜ਼ ਜ਼ਾਹਰ ਕਰ ਦਿੱਤੀ ਹੈ ਕਿ ਜਦੋਂ ਕੋਈ ਇਨਸਾਨ ਲੱਕੜਹਾਰਾ ਦਰਖਤ ਨੂੰ ਕੱਟਣ ਜਾਂਦਾ, ਜੋ ਹਜੇ ਕਹਾੜਾ ਚਲਾਉਂਦਾ ਨਹੀਂ, ਦਰਖਤ ਜਿਹੜਾ ਹੈ ਨਾ ਉਹਦੇ ਭਾਵ ਨੂੰ ਸਮਝ ਜਾਂਦਾ ਅਤੇ ਦਰਖਤ ਉਹ ਪਹਿਲਾਂ ਸੁੰਗੜ ਜਾਂਦਾ ਹੈਗਾ ਡਰ ਦੇ ਨਾਲ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਤਾਂ ਇੱਕ ਉਸ ਦਰਖਤ ਦੀ ਗੱਲ ਕਰਦੇ ਹੀ ਆ ਸਾਇੰਸ, ਪਰ ਜਿਹੜੀ ਚੀਜ਼ ਜ਼ਿਆਦਾ ਚੇਤਨ ਵਾ, ਖਾਸ ਕਰਕੇ ਜਿਵੇਂ ਜਾਨਵਰ ਹੈ, ਬੱਕਰੀ ਆ ਜਾਂ ਉਹ ਕੋਈ ਵੀ ਚੀਜ਼ ਆ ਜਿਹੜਾ ਅਸੀਂ ਕੱਟ ਕੇ ਮਾਸ ਖਾਂਦੇ ਆ, ਅਤੇ ਉਹਦੇ ਅੰਦਰ ਜਿਹੜੀ ਡਰ ਦੀ ਭਾਵਨਾ ਹੈਗੀ ਆ ਉਹ ਜ਼ਿਆਦਾ ਪ੍ਰਬਲ ਹੈਗੀ ਆ। ਹੁਣ ਕਿਸੇ ਵੀ ਜਦ ਜਾਨਵਰ ਨੂੰ ਅਸੀਂ ਕੱਟਦੇ ਹਾਂ ਉਹ ਯਕਦਮ ਕਿਸੇ ਸਹਿਮ ਦੇ ਵਿੱਚ, ਕਿਸੇ ਡਰ ਦੇ ਵਿੱਚ ਜਦ ਪੂਰੀ ਤੌਰ 'ਤੇ ਚਲਿਆ ਜਾਂਦਾ, ਪਰ ਉਹਦੇ ਡਰ ਦਾ ਜਿਹੜਾ ਨਾ ਝਟਕਾ ਹੁੰਦਾ ਯਕਦਮ ਉਹਦੇ ਮਾਸ ਦੇ ਉੱਪਰ, ਉਹਦੇ ਸਰੀਰ ਦੇ, ਉਹਦੀ ਬੋਡੀ 'ਤੇ ਵੀ ਪੈਂਦਾ ਹੈਗਾ। ਅਤੇ ਜਦੋਂ ਅਸੀਂ ਉਹ ਜਾਨਵਰ ਮਾਰ ਕੇ ਉਹਦਾ ਮਾਸ ਕਰਕੇ ਜਦੋਂ ਵੀ ਅਸੀਂ ਜਿਹੜੇ ਇਨਸਾਨ ਖਾਂਦੇ ਆ ਉਹਦੇ ਅੰਦਰ ਕੀ ਹੁੰਦਾ ਕਿ ਉਹਦੇ ਅੰਦਰ ਉਹ ਮਾਸ ਜਿਹੜਾ ਹੈ ਨਾ ਫਿਰ ਇੱਕ ਸੂਖਮ ਡਰ ਸਹਿਮ ਜਿਹੜਾ ਹੈ ਨਾ ਉਹਦੇ ਅੰਦਰ ਚਲਿਆ ਜਾਂਦਾ, ਜਿਹੜੇ ਆਦਮੀ ਇਹ ਮਾਸ ਦੀ ਵਰਤੋਂ ਕਰਦੇ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜੇ ਸੈੱਲ ਵਾ ਹਨ ਡਰ ਦੇ, ਜਿਹੜੇ ਸਾਨੂੰ ਦਿਖਾਈ ਨਹੀਂ ਦਿੰਦੇ, ਪਰ ਉਹ ਆਦਮੀ ਜਿਹੜੇ ਹਨ ਉਹ ਜ਼ਿਆਦਾ ਸਹਿਮ ਜਿਹੜਾ ਹੈ ਨਾ ਉਹਨਾਂ ਦੇ ਅੰਦਰ ਆ ਜਾਂਦਾ, ਉਹਨਾਂ ਦੇ ਅੰਦਰ ਦਲੇਰੀ ਨਹੀਂ ਆਉਂਦੀ। ਅਗਲਾ ਕਾਰਨ ਮਹਾਰਾਜ ਨੇ ਸਾਨੂੰ ਇਹ ਦੱਸਿਆ ਇਹਦੇ ਵਿੱਚ ਭਾਸਦਾ ਹੈਗਾ ਕਿ ਜਿਵੇਂ ਕੁੱਠਾ ਮਾਸ ਖਾਣਾ ਹੈਗਾ, ਇਹ 'ਤੇ ਮਨਾਹੀ ਕਿਉਂ ਕੀਤੀ ਗਈ ਆ? ਕਿਉਂਕਿ ਕੁੱਠੇ ਮਾਸ ਖਾਣ ਦੇ ਨਾਲ ਜਿਸ ਤਰੀਕੇ ਦੇ ਨਾਲ ਇਹਨੂੰ ਮਾਸ ਨੂੰ ਮਜ਼ਹਬ ਦੇ ਨਾਲ, ਧਰਮ ਦੇ ਨਾਲ ਜੋੜ ਕੇ ਦੇਖਿਆ ਗਿਆ ਹੈਗਾ, ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਵੀ ਇਨਸਾਨ ਨੂੰ ਕੋਹ ਕੇ ਜਾਨਵਰ ਜਿਹੜੇ ਹੈਗੇ ਆ ਉਹਦਾ ਮਾਸ ਨੂੰ ਵੱਢਦੇ ਹੈਗੇ ਆ, ਜਾਨਵਰ ਦੇ ਮਾਸ ਨੂੰ ਇਨਸਾਨ ਵੱਢਦਾ ਹੈਗਾ, ਕੱਟਦਾ ਹੈਗਾ ਜਦ ਕੋਹ ਕੇ, ਅਤੇ ਉਸ ਟਾਈਮ ਫਿਰ ਜਿਹੜਾ ਹੈ ਨਾ ਉਹਦੇ ਨਾਲ ਕਲਾਮ ਪੜ੍ਹੀ ਜਾਂਦੀ ਆ, ਭਾਵ ਕਿ ਧਰਮ ਨਾਲ ਜੋੜ ਕੇ ਉਸ ਜਾਨਵਰ ਨੂੰ ਜਦ ਕੱਟਿਆ ਜਾਂਦਾ ਹੈਗਾ, ਫਿਰ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਇਨਸਾਨ ਉਹ ਜਾਨਵਰ ਨੂੰ ਕੱਟਦਾ ਹੈਗਾ, ਜਿਸ ਤਰੀਕੇ ਦੇ ਨਾਲ ਉਹਨੂੰ ਆਹਿਸਤਾ ਆਹਿਸਤਾ ਕੱਟਦਾ ਹੈਗਾ, ਉਹਦੇ ਅੰਦਰ ਜਿਹੜੀ ਹੈ ਨਾ ਦਇਆ ਹੈਗੀ ਆ, ਉਹ ਦਇਆ ਦੀ ਭਾਵਨਾ ਜਿਹੜੀ ਹੈ ਨਾ ਉਹ ਕਮਜ਼ੋਰ ਹੋ ਜਾਂਦੀ ਆ। ਪਰ ਇਸੇ ਕਰਕੇ ਇਹਦਾ ਰਿਜ਼ਲਟ ਇਹ ਕੱਢਿਆ ਗਿਆ ਹੈਗਾ ਕਿ ਜਿਹੜਾ ਝਟਕਾ ਖਾਣਾ ਹੈਗਾ ਇਹਦੇ ਨਾਲ ਕੀ ਹੁੰਦਾ ਕਿ ਦਇਆ ਵੀ ਕਾਇਮ ਰਹਿੰਦੀ ਆ, ਅਤੇ ਦੂਸਰਾ ਕੀ ਹੁੰਦਾ ਹੈਗਾ ਕਿ ਜਿਹੜਾ ਜਾਨਵਰ ਜਿਹੜਾ ਹੈ ਉਹ ਜਿਹਨੂੰ ਕੱਟਿਆ ਜਾਂਦਾ ਹੈਗਾ ਉਹਨੂੰ ਉਹਦੇ ਵਿੱਚ ਉਹ ਚੀਜ਼ਾਂ ਘੱਟ ਪਾਈਆਂ ਜਾਂਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਸ ਢੰਗ ਨਾਲ ਪਾਈਆਂ ਜਾਂਦੀਆਂ। ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਅਸੀਂ ਕੋਈ ਜਾਨਵਰ ਨੂੰ ਝਟਕੇ ਨਾਲ ਕੱਟ ਦਈਏ, ਝਟਕਾ ਕੀ ਚੀਜ਼ ਇਹ ਹੈਗੀ ਕਿ ਉਹ ਚੀਜ਼ ਜਿਹੜੀ ਜਾਨਵਰ ਨੂੰ ਪਤਾ ਨਾ ਲੱਗੇ ਕਿ ਮੈਨੂੰ ਕੱਟਣ ਲੱਗੇ ਜਾਂ ਨਹੀਂ ਕੱਟਣ ਲੱਗੇ, ਪਰ ਯਕਦਮ ਹੀ ਉਹਦੇ 'ਤੇ ਪ੍ਰਹਾਰ ਹੋ ਜਾਵੇ
ਤੇ ਉਹਦੇ ਨਾਲ ਕੀ ਆ, ਜਿਹੜਾ ਕੱਟਣ ਵਾਲਾ ਹੁੰਦਾ ਉਹਦੇ ਅੰਦਰ ਦਇਆ ਵੀ ਜਿਹੜੀ ਹੈ ਨਾ ਪਹਿਲੇ ਵਾਂਗੂ ਪਰਬਲ ਰਹਿੰਦੀ ਹੈਗੀ ਆ। ਇਹ ਇੱਕ ਤਰੀਕਾ ਜਿਹੜਾ ਹੈ ਨਾ ਇਹ ਕੱਢਿਆ ਗਿਆ ਹੈਗਾ। ਅਸਲ ਦੇ ਵਿੱਚ ਕੀ ਹੈ ਕਿ ਮਾਸ ਦਾ ਧਰਮ ਦੇ ਨਾਲ ਕੋਈ ਸੰਬੰਧ ਜਿਹੜਾ ਹੈ ਨਾ ਉਹ ਨਹੀਂ ਹੈਗਾ, ਕਿਉਂਕਿ ਸਾਨੂੰ ਗੁਰਬਾਣੀ ਵਿੱਚ ਇੱਕ ਨਹੀਂ ਬਹੁਤ ਤਰ੍ਹਾਂ ਹੈ ਨਾ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ ਜਿਹੜੀ ਸਮਝਾਉਣ ਦਾ ਯਤਨ ਕੀਤਾ ਹੈਗਾ। ਉਹ ਕੀ ਹੈ ਕਿ ਬੰਦੇ ਨੂੰ ਦੱਸਿਆ ਹੈਗਾ ਕਿ ਇਨਸਾਨ ਅਸਲ ਦੇ ਵਿੱਚ ਕੀ ਹੈ ਕਿ ਕਿਸੇ ਵੀ ਤਰ੍ਹਾਂ ਨਾ ਮਾਸ ਤੋਂ ਬਚ ਨਹੀਂ ਸਕਦਾ। ਕਿਉਂ? ਗੁਰਬਾਣੀ ਨੇ ਸਾਨੂੰ ਕਿਹਾ ਕਿ ਜੇਤੇ ਦਾਣੇ ਜੀ ਅੰਨ ਕੇ ਜੀਆਂ ਵਜ ਨਾ ਕੋਈ। ਹੁਣ ਅਸਲ ਦੇ ਵਿੱਚ ਅਗਰ ਜੀਵ ਹੱਤਿਆ ਦੇ ਖਿਆਲ ਦੇ ਨਾਲ ਮਾਸ ਨੂੰ ਦੇਖਿਆ ਜਾਵੇ ਤਾਂ ਗੁਰਬਾਣੀ ਨੇ ਸਾਨੂੰ ਦੱਸਿਆ ਹੈ ਕਿ ਜਿੰਨੇ ਜਿਹੜੇ ਦਾਣੇ ਆ ਉਹ ਵੀ ਇੱਕ ਜੀਵ ਹੈਗੇ ਆ, ਪਰ ਇਹ ਗੱਲ ਵੱਖਰੀ ਹੈਗੀ ਆ ਕਿ ਇਹ ਜਿਹੜੇ ਦਾਣੇ ਜੀਵ ਹੈਗੇ ਆ ਇਹਨਾਂ ਦੇ ਵਿੱਚ ਉਹ ਜਿਹੜੀ ਸ਼ਕਤੀ ਹੈਗੀ ਆ ਜਿਹੜੀ ਗਰਮੀ ਤੋਂ ਪੈਦਾ ਹੁੰਦੀ ਆ। ਭਾਵ ਕੀ ਹੈ ਕਿ ਦਾਣੇ ਹੈ ਤਾਂ ਜੀਵ ਆ, ਇਹਦੇ ਵਿੱਚ ਕੋਈ ਜਿਹੜੀ ਹੈ ਨਾ ਦੋਏ ਰਾਏ ਨਹੀਂ ਆ, ਪਰ ਇਹ ਜੀਵ ਜਿਹੜੇ ਹੈ ਨਾ ਇਹ ਸੂਖਮ ਹੈਗੇ ਆ। ਭਾਵ ਕੀ ਆ ਕਿ ਇਸੇ ਕਰਕੇ ਗੁਰਬਾਣੀ ਨੇ ਇਹਨੂੰ ਖਾਣ ਵਾਸਤੇ ਇਨਸਾਨ ਨੂੰ ਜਾਣੀ ਕਿ ਇਹ ਦੱਸਿਆ ਹੈਗਾ ਕਿ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ। ਭਾਵ ਕਿ ਇਹ ਚੀਜ਼ ਨਾ ਖਾਣ ਯੋਗ ਸਾਨੂੰ ਗੁਰਬਾਣੀ ਨੇ ਦੱਸੀ ਹੈਗੀ ਹੈ। ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਦੱਸਿਆ ਹੈ ਕਿ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪੁਰਾਈ ਚੋਪੜੀ ਨਾ ਤਰਸਾਈ ਜੀਓ। ਭਾਵ ਕਿ ਉਹ ਚੀਜ਼ ਖਾਣੀ ਆ ਜਿਸ ਚੀਜ਼ ਦੇ ਨਾਲ ਹਿਰਦੇ ਦੇ ਵਿੱਚ ਠੰਡ ਪਵੇ, ਆਨੰਦ ਪਵੇ, ਸ਼ਾਂਤੀ ਆਵੇ, ਖੁਸ਼ੀ ਆਵੇ। ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਭਗਤਾਂ ਨੇ ਪਰਮੇਸ਼ਰ ਤੋਂ ਜਿਹੜੀਆਂ ਹੈ ਉਹ ਚੀਜ਼ਾਂ ਮੰਗੀਆਂ ਹੈਗੀਆਂ, ਉਹਦੇ ਵਿੱਚ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਮੰਗੀਆਂ ਹਨ ਉਹ ਬਿਲਕੁਲ ਉਹ ਮੰਗੀਆਂ ਹੈਗੀਆਂ ਜਿਹੜੀਆਂ ਪੂਰਨ ਤੌਰ 'ਤੇ ਸ਼ਾਕਾਹਾਰੀ ਹੈ। ਜਿਵੇਂ ਗੁਰਬਾਣੀ ਦੇ ਫਰਮਾਨ ਹੈਗੇ ਆ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਫਿਰ ਨਾਲ ਮੰਗਿਆ ਕਿ ਕਹਿੰਦੇ ਦਾਲ ਸੀਦਾ ਮੰਗੂ ਘਿਓ। ਹੁਣ ਉਹਦੇ ਵਿੱਚ ਦਾਲ ਵੀ ਮੰਗੀ ਆ, ਸਬਜ਼ੀ ਵੀ ਮੰਗੀ ਆ, ਘੇ ਵੀ ਮੰਗਿਆ, ਸਾਰੇ ਚੀਜ਼ ਮੰਗੀ ਆ, ਲੇਕਿਨ ਉਹਦੇ ਵਿੱਚ ਮਾਸ ਮੰਗਣ ਨਾਂ ਦੀ ਕੋਈ ਗੱਲ ਨਹੀਂ ਕੀਤੀ। ਪਰ ਦੂਸਰਾ ਆਪਾਂ ਅਗਰ ਹੋਰ ਥੋੜ੍ਹੀ ਜਿਹੀ ਵਿਚਾਰ ਨੂੰ ਖੋਲ੍ਹ ਲਈਏ ਤੇ ਫਿਰ ਮਹਾਰਾਜ ਜਿਹੜੇ ਹੈਗੇ ਸਾਨੂੰ ਇਸ ਤਰ੍ਹਾਂ ਦੱਸਦੇ ਆ ਕਿ ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜਵਾਲੇ। ਭਾਵ ਕੀ ਆ ਕਿ ਦਾਲ ਚਾਹੀਦੀ, ਅੱਧਾ ਸਿਰ ਦੋਨੋਂ ਟਾਈਮ ਚਾਹੀਦੀ ਹੈਗੀ। ਭਾਵ ਕੀ ਕਿ ਜਿਹੜੀ ਚੀਜ਼ ਸਾਨੂੰ ਗੁਰਬਾਣੀ ਦੇ ਵਿੱਚ ਮਿਲਦੀ ਹੈ ਨਾ ਉਹਦੇ ਵਿੱਚ ਖਾਣ ਦੀ ਜਿਹੜੀ ਹਦਾਇਤ ਹੈ ਨਾ ਬਿਲਕੁਲ ਸ਼ਾਕਾਹਾਰੀ ਕੀਤੀ ਗਈ ਆ। ਇਨਸਾਨ ਨੂੰ ਦੱਸਿਆ ਕਿ ਅਸਲ ਦੇ ਵਿੱਚ ਤੇਰੀ ਜਿਹੜੀ ਖੁਰਾਕ ਨਾ ਸ਼ਾਕਾਹਾਰੀ ਹੈ, ਨਾ ਕਿ ਮਾਸਾਹਾਰੀ ਆ। ਹਾਂ, ਇਹ ਚੀਜ਼ ਹੈ ਕਿ ਜਿਵੇਂ ਆਪਾਂ ਕਹਿ ਦਈਏ ਕਿ ਕੁਦਰਤੀ ਤੌਰ ਦੇ ਉੱਤੇ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਰਸ। ਹੁਣ ਗੁਰਬਾਣੀ ਦੇ ਵਿੱਚ 9 ਤਰ੍ਹਾਂ ਦੇ ਜਿਹੜੇ ਨਾ ਰਸ ਮੰਨੇ ਜਾਂਦੇ ਆ। ਜਿਵੇਂ ਗੁਰਬਾਣੀ ਕਹਿੰਦੀ ਕਿ ਰਸ ਸੋਨਾ, ਰਸ ਰੂਪਾ, ਕਾਮਨ ਰਸ ਪਰਮਲ ਕੀ ਵਾਸ, ਰਸ ਕੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ। ਹੁਣ ਕਹਿਣ ਤੋਂ ਭਾਵ ਇਹ ਹੈ ਕਿ ਅਗਰ ਇਹ ਸਾਰੀਆਂ ਚੀਜ਼ਾਂ ਰਸ ਹੈਗੀਆਂ ਤੇ ਇਹਨਾਂ ਤੋਂ ਕਿਸੇ ਤਰ੍ਹਾਂ ਬਚਿਆ ਨਹੀਂ ਜਾ ਸਕਦਾ। ਕਿਉਂਕਿ ਮਨ ਜਿਹੜਾ ਨਾ ਪਰਮੇਸ਼ਰ ਨੇ ਬਣਾਇਆ ਹੈਗਾ ਇਹ ਰਸੀਆ ਹੈਗਾ ਤੇ ਮਨ ਦਾ ਸੁਭਾਅ ਹੈਗਾ ਕਿ ਇੱਕ ਚੀਜ਼ ਚੱਖਣੀ ਆ ਤੇ ਚੱਖ ਕੇ ਜਿਹੜੀ ਹੈ ਉਹ ਤੋਂ ਜਦ ਮਨ ਭਰ ਜਾਂਦਾ ਤੇ ਦੂਸਰੀ ਚੀਜ਼ ਲੈਣੀ ਹੈਗੀ ਆ। ਇਸੇ ਤਰ੍ਹਾਂ ਕਿਉਂਕਿ ਇਹ ਰਸ ਜਿਹੜੇ ਹਨ ਨਾ ਇਹਨਾਂ ਰਸਾਂ ਨੂੰ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਝਣਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਾਸ ਖਾਣਾ ਜਾਂ ਨਾ ਖਾਣ ਦੀ ਗੱਲ ਨਹੀਂ ਹੈ, ਪਰ ਇਹ ਹੈ ਕਿ ਕਿਸੇ ਚੀਜ਼ ਨੂੰ ਆਪਣੀ ਆਦਤ ਬਣਾ ਲੈਣੀ ਜਾਂ ਕਿਸੇ ਚੀਜ਼ ਦੇ ਵਿੱਚ ਆਪਣੀ ਰੁਚੀ ਰੱਖ ਲੈਣੀ, ਇਹ ਇਨਸਾਨ ਵਾਸਤੇ ਜਿਹੜਾ ਹੈ ਨਾ ਬਹੁਤ ਜ਼ਿਆਦਾ ਹਾਨੀਕਾਰਕ ਚੀਜ਼ ਆ। ਜੇ ਆਪਾਂ ਨਾ ਥੋੜ੍ਹਾ ਜਿਹਾ ਹੋਰ ਇਸ ਗੱਲ ਨੂੰ ਖੋਲ੍ਹੀਏ, ਸਾਨੂੰ ਗੁਰਬਾਣੀ ਨੇ ਇਹ ਦੱਸਿਆ ਹੈਗਾ ਕਿ ਖਾਸ ਕਰਕੇ ਇਨਸਾਨ ਦੀ ਸੋਚ ਇਹ ਆ ਕਿ ਜਿਹੜੇ ਇਨਸਾਨ ਮਾਸ ਦੀ ਵਰਤੋਂ ਕਰਦੇ ਆ ਇਹ ਮਾਸ ਉਹਨਾਂ ਦੇ ਸਰੀਰ ਨੂੰ ਤੰਦਰੁਸਤੀ ਬਖਸ਼ਦਾ, ਸਿਹਤ ਨੂੰ ਜਿਹੜਾ ਹੈ ਨਾ ਵੱਡਾ ਬਲ ਬਖਸ਼ਦਾ, ਸ਼ਕਤੀ ਬਖਸ਼ਦਾ। ਲੇਕਿਨ ਇਹ ਵੀ ਚੀਜ਼ ਜਿਹੜੀ ਹੈ ਨਾ ਵੀ ਮਾਸ ਖਾਣ ਨਾਲ ਬੰਦਾ ਤੰਦਰੁਸਤ ਹੋ ਜਾਂਦਾ, ਸ਼ਕਤੀਸ਼ਾਲੀ ਹੋ ਜਾਂਦਾ, ਇਹ ਵੀ ਉਹਨਾਂ ਦਾ ਭਰਮ ਜਿਹੜਾ ਹੈ ਨਾ ਉਹ ਹੈਗਾ। ਜਿਵੇਂ ਆਪਾਂ ਥੋੜ੍ਹਾ ਜਿਹਾ ਵਿਚਾਰ ਨਾਲ ਦੇਖ ਦਿੰਦੇ ਹਾਂ ਕਿ ਇੱਕ ਹੈ ਨਾ ਹਿੰਦੁਸਤਾਨ ਦੇ ਵੱਡੇ ਜਿਹੜੇ ਹਨ ਪਹਿਲਵਾਨ ਹੋਏ ਸੀ ਜਿਨ੍ਹਾਂ ਦਾ ਨਾਂ ਸੀ ਕਿੱਕਰ ਸਿੰਘ। ਹੁਣ ਜਿਹੜੇ ਕਿੱਕਰ ਸਿੰਘ ਪਹਿਲਵਾਨ ਸੀਗੇ ਇਹ ਮਾਸਾਹਾਰੀ ਸੀਗੇ, ਇਹ ਮਾਸ ਵੀ ਖਾਂਦੇ ਸੀ, ਆਂਡਾ, ਮੱਛੀ ਅਤੇ ਹਰੇਕ ਚੀਜ਼ ਦੀ ਵਰਤੋਂ ਕਰਦੇ ਸੀਗੇ। ਪਰ ਇੱਕ ਪਿੰਡ ਬਲਟੋਹੇ ਦੇ ਪਹਿਲਵਾਨ ਸੀ ਜਿਨ੍ਹਾਂ ਦਾ ਨਾਂ ਸੀ ਫਤਿਹ ਸਿੰਘ ਜੀ। ਹੁਣ ਫਤਿਹ ਸਿੰਘ ਜੀ ਜਿਹੜੇ ਸੀ ਇਹ ਪੂਰਨ ਜਿਹੜੇ ਸੀਗੇ ਹਨ ਇਹ ਸ਼ਾਕਾਹਾਰੀ ਪਹਿਲਵਾਨ ਹੋਏ ਆ।
ਪਰ ਜਦੋਂ ਕਿਸੇ ਟਾਈਮ ਦੋਨਾਂ ਦੀ ਆਪਸ ਵਿੱਚ ਕੁਸ਼ਤੀ ਹੁੰਦੀ ਸੀ ਤਾਂ ਫਤਿਹ ਸਿੰਘ ਜਿਹੜੇ ਹਨ ਸ਼ਾਕਾਹਾਰੀ ਪਹਿਲਵਾਨ ਸੀ, ਜਦ ਕਿੱਕਰ ਸਿੰਘ ਦੀ ਬੀਣੀ ਨੂੰ ਫੜ ਦਿੰਦੇ ਸੀ, ਬੀਣੀ ਨੂੰ ਫੜ ਕੇ ਮਰੋੜ ਦਿੰਦੇ ਸੀਗੇ ਤੇ ਕਿੱਕਰ ਸਿੰਘ ਜਿਹੜੇ ਸੀ ਉਹਨੂੰ ਛਡਾ ਨਹੀਂ ਸੀ ਸਕਦੇ। ਭਾਵ ਕਿ ਹਰੇਕ ਕੁਸ਼ਤੀ ਦੇ ਉੱਤੇ ਕਿੱਕਰ ਸਿੰਘ ਜਿਹੜੇ ਸੀਗੇ ਇਹ ਫਤਿਹ ਸਿੰਘ ਤੋਂ ਹਾਰ ਜਾਂਦੇ ਸੀਗੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜਾ ਖਿਆਲ ਗਲਤ ਹੈਗਾ ਕਿ ਮਾਸ ਖਾਣ ਦੇ ਨਾਲ ਇਨਸਾਨ ਦੇ ਵਿੱਚ ਤਾਕਤ ਆ ਜਾਂਦੀ ਆ ਜਾਂ ਫੁਰਤੀ ਆ ਜਾਂਦੀ ਜਾਂ ਜਵਾਨ ਹੋ ਜਾਂਦਾ, ਇਹ ਸਾਰੀਆਂ ਗੱਲਾਂ ਜਿਹੜੀਆਂ ਬਿਲਕੁਲ ਉਲਟ ਹੁੰਦੀਆਂ ਹੈਗੀਆਂ। ਅਗਰ ਆਪਾਂ ਥੋੜ੍ਹਾ ਜਿਹਾ ਗੌਰ ਨਾਲ ਦੇਖੀਏ ਕਿ ਕਈਆਂ ਦੇ ਵਿਚਾਰ ਦੇ ਵਿੱਚ ਇਹ ਆ ਜਾਂਦਾ ਕਿ ਜਿਹੜੇ ਇਨਸਾਨ ਮਾਸ ਖਾਂਦੇ ਆ ਅਤੇ ਮਾਸ ਖਾਣ ਦੇ ਨਾਲ ਉਹਨਾਂ ਦੀ ਜਿਹੜੀ ਰੂਹਾਨੀਅਤ ਜਾਂ ਆਤਮਿਕ ਤਰੱਕੀ ਇਹ 'ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ। ਲੇਕਿਨ ਇਹ ਵੀ ਗੱਲ ਜਿਹੜੀ ਇਹ ਪੂਰੀ ਜਿਹੜੀ ਠੀਕ ਨਹੀਂ ਬੈਠਦੀ। ਕਿਉਂ ਨਹੀਂ ਬੈਠਦੀ? ਜਿਵੇਂ ਅਸੀਂ ਸਰਦਾਰ ਹਰਭਜਨ ਸਿੰਘ ਜੀ ਜਿਹੜੇ ਸੋਢੀ ਹੋਏ ਆ, ਉਹਨਾਂ ਦੇ ਜੀਵਨ ਦੀ ਇੱਕ ਘਟਨਾ ਦੇ ਵਿੱਚ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰ ਲੈਂਦੇ ਆ। ਉਹ ਦੱਸਦੇ ਸੀ, ਕਹਿੰਦੇ ਵੀ ਇੱਕ ਵਾਰੀ ਮੈਂ ਕਿਸੇ ਜਗ੍ਹਾ ਕਥਾ ਕੀਤੀ। ਕਥਾ ਤੋਂ ਬਾਅਦ ਇੱਕ ਸੱਜਣ ਨੇ ਮੇਰੇ ਨਾਲ ਮਾਸ 'ਤੇ ਗੱਲਬਾਤ ਕੀਤੀ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਮਾਸ ਖਾਣ ਵਾਲੇ ਜਿਹੜੇ ਇਨਸਾਨ ਉਹਨਾਂ ਦੀ ਆਤਮਿਕ ਤਰੱਕੀ ਜਿਹੜੀ ਹੈਗੀ ਆ ਉਹਦੇ ਉੱਤੇ ਬੜੀ ਭਾਰੀ ਜਿਹੜੀ ਰੋਕ ਲੱਗ ਜਾਂਦੀ ਆ ਜਾਂ ਰੁਕ ਜਾਂਦੀ ਆ, ਘਟ ਜਾਂਦੀ ਆ। ਰੁਚੀ ਜਿਹੜੀ ਉਹਨਾਂ ਦੀ ਉਹ ਨਹੀਂ ਬਣਦੀ, ਜਿਹੜੀ ਇਨਸਾਨ ਜਿਹੜੇ ਮਾਸ ਨਹੀਂ ਖਾਂਦੇ ਉਹਨਾਂ ਦੀ ਬਣਦੀ ਆ। ਅਤੇ ਇਹਦੇ ਉੱਤੇ ਜਿਹੜਾ ਸਰੀਰ ਦੇ ਉੱਤੇ, ਮਨ ਦੇ ਉੱਤੇ ਬੜਾ ਮਾੜਾ ਅਸਰ ਪੈਂਦਾ। ਪਰ ਕਹਿੰਦੇ ਉਹ ਸੱਜਣ ਮੈਨੂੰ ਕਹਿਣ ਲੱਗੇ ਕਿ ਜਦੋਂ ਤੁਸੀਂ ਕੱਲ੍ਹ ਕਥਾ ਕਰਦੇ ਸੀ ਤਾਂ ਮੈਂ ਘਰੋਂ ਮਾਸ ਖਾ ਕੇ ਆਇਆ ਸੀਗਾ, ਪਰ ਕਥਾ ਦੇ ਦੌਰਾਨ ਮੈਂ ਇਹ ਜਿਹੜਾ ਆਪਣੇ ਅੰਦਰ ਪੂਰਾ ਪ੍ਰੈਕਟੀਕਲ ਤੌਰ 'ਤੇ ਇਸ ਚੀਜ਼ ਦੀ ਝਾਤ ਮਾਰ ਕੇ ਦੇਖਿਆ ਕਿ ਮੇਰੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵੀ ਵਿਕਾਰ ਪੈਦਾ ਨਹੀਂ ਹੋਇਆ। ਮੇਰਾ ਮਨ ਪੂਰੀ ਤਰ੍ਹਾਂ ਕਥਾ ਨਾਲ ਜੁੜਿਆ ਸੀਗਾ। ਮੇਰੇ ਅੰਦਰ ਸਭ ਕੁਝ ਠੀਕ ਠਾਕ ਚੱਲਦਾ ਰਿਹਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਕੋਈ ਹੱਲਾ ਨਹੀਂ ਹੋਇਆ। ਪਰ ਜਦ ਫਿਰ ਹਰਭਜਨ ਸਿੰਘ ਸੋਢੀ ਹੁਣ ਦੱਸਿਆ ਸੀਗਾ, ਕਹਿੰਦੇ ਦਰਅਸਲ ਗੱਲ ਇਹ ਹੈਗੀ ਆ ਕਿ ਹੁਣ ਜਦੋਂ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਭਜਨ 'ਤੇ ਬੈਠੋਗੇ ਫਿਰ ਤੁਸੀਂ ਇਸ ਚੀਜ਼ ਨੂੰ ਨੋਟ ਕਰਕੇ ਦੇਖੋ ਕਿ ਇਹ ਮਾਸ ਖਾਣ ਨਾਲ ਤੁਹਾਡੇ 'ਤੇ ਕੀ ਅਸਰ ਪਿਆ ਹੈਗਾ। ਪਰ ਫਿਰ ਕਹਿੰਦੇ ਜਦੋਂ ਸਵੇਰਾ ਹੋਇਆ ਉਹ ਸੱਜਣ ਫਿਰ ਮੇਰੇ ਕੋਲ ਆਏ ਸੀ। ਉਹਨੇ ਦੱਸਿਆ ਸੀਗਾ ਕਿ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਅੱਜ ਰਾਤ ਜਦੋਂ ਮੈਂ ਮਾਸ ਦਾ ਸੇਵਨ ਕਰਕੇ ਸਵੇਰੇ ਇਸ਼ਨਾਨ ਪਾਣੀ ਕਰਕੇ ਭਜਨ 'ਤੇ ਬੈਠਾ ਅਤੇ ਭਜਨ ਦੇ ਵਿੱਚ ਜਿਹੜੇ ਮੇਰੇ ਵਿਚਾਰ ਸੀ ਉਹ ਖਿੰਡਣੇ ਸ਼ੁਰੂ ਹੋ ਗਏ। ਮੇਰੇ ਅੰਦਰਲਾ ਰਸ ਘਟ ਗਿਆ, ਮੇਰੀ ਰੁਚੀ ਘਟ ਗਈ। ਜਿਹੜੀ ਰੁਚੀ ਮੈਂ ਸਾਦੀ ਖੁਰਾਕ ਖਾ ਕੇ ਮੇਰੇ ਜਿਹੜੀ ਮਨ ਦੇ ਨਾਲ ਜੁੜਦੀ ਸੀ, ਵਾਹਿਗੁਰੂ ਦਾ ਆਨੰਦ ਖੇੜਾ ਬਣਿਆ ਰਹਿੰਦਾ ਸੀ, ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਮਾਸ ਖਾਣ ਦੇ ਨਾਲ ਮੇਰੇ ਸਰੀਰ ਦੇ ਅੰਦਰ ਕਿਸੇ ਕਿਸਮ ਦਾ ਬੋਝ ਆ ਗਿਆ, ਸੁਸਤੀ ਆ ਗਈ। ਸੋ ਅਸੀਂ ਇਹ ਵੀ ਦੇਖਦੇ ਹਾਂ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਚੀਜ਼ਾਂ ਜਿਹੜੀਆਂ ਪ੍ਰੈਕਟੀਕਲ ਤੌਰ 'ਤੇ ਦੱਸਦੀਆਂ ਹੈਗੀਆਂ। ਪਰ ਹਾਂ, ਇੱਕ ਗੱਲ ਜ਼ਰੂਰ ਹੈ ਕਿ ਸਰਦਾਰ ਰਘਬੀਰ ਸਿੰਘ ਜੀ ਵੀਰ ਉਹਨਾਂ ਨੇ ਮਾਸ ਦੇ ਪ੍ਰੈਕਟੀਕਲ ਉੱਤੇ ਜਿਹੜੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ ਆ। ਉਹਨੇ ਇਹ ਦੱਸਿਆ ਹੈਗਾ ਕਿ ਮੈਂ ਮਾਸ ਰੋਜ਼-ਰੋਜ਼ ਵੀ ਖਾਧਾ ਅਤੇ ਬਰਾ ਛੱਡ ਕੇ ਵੀ ਖਾਧਾ। ਪਰ ਕਹਿੰਦੇ ਕਿ ਮੇਰਾ ਜਿਹੜਾ ਜੀਵਨ ਦਾ ਪ੍ਰੈਕਟੀਕਲ ਉਹ ਇਸ ਢੰਗ ਦੇ ਨਾਲ ਹੋ ਗਿਆ ਹੈ ਕਿ ਮਾਸ ਖਾਣ ਦੇ ਨਾਲ ਜਿਹੜੀ ਮੇਰੀ ਰੂਹਾਨੀਅਤ ਤਰੱਕੀ ਸੀ ਇਹ ਰੂਹਾਨੀਅਤ ਤਰੱਕੀ ਉੱਤੇ ਮੇਰੇ ਅੰਦਰ ਕੋਈ ਫਰਕ ਨਹੀਂ ਪਿਆ। ਪਰ ਗੱਲ ਇਹ ਸੀਗੀ ਕਿ ਜਿਹੜੀ ਉਹਨਾਂ ਦੀ ਰੂਹਾਨੀਅਤ ਤਰੱਕੀ ਸੀ, ਜਿਸ ਦੀ ਜਿਹੜੀ ਗੱਲ ਭਾਈ ਸਾਹਿਬ ਹੁਣਾਂ ਨੇ ਕੀਤੀ ਆ ਸਾਂਝੀ, ਉਹਦੇ ਵਿੱਚ ਇਹ ਗੱਲ ਪੱਕੀ ਆ ਕਿ ਜਿਹੜੀ ਰੂਹਾਨੀਅਤ ਤਰੱਕੀ ਪੱਕ ਜਾਵੇ, ਜਿਹੜੀ ਸੁਰਤ ਪੱਕ ਗਈ ਵਾਹਿਗੁਰੂ ਨਾਮ ਸਿਮਰਨ ਦੇ ਰੰਗ ਦੇ ਵਿੱਚ ਰੰਗੀ ਗਈ ਆ, ਫਿਰ ਉਹਦੇ ਉੱਤੇ ਕਿਸੇ ਚੀਜ਼ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਜਿਹਨੂੰ ਗੁਰਬਾਣੀ ਨੇ ਆਖਿਆ ਕਿ ਸੰਤ ਨਾ ਛੋੜੇ ਸੰਤੀ, ਚਾਹੇ ਕੋਟਿਕ ਮਿਲੇ ਅਸੰਤ। ਭਾਵ ਕੀ ਆ ਕਿ ਸੰਤ ਜਿਹੜਾ ਉਹਨਾਂ ਦਾ ਸੁਭਾਅ ਜਿਹੜਾ ਕੇਵਲ ਅਤੇ ਕੇਵਲ ਜਦੋਂ ਨਾਮ ਦੇ ਵਿੱਚ ਸੁਰਤ ਘੁਲ ਜਾਂਦੀ ਹੈਗੀ ਆ, ਅਤੇ ਜਿਹਨੂੰ ਅਸੀਂ ਸਾਸ ਗਰਾਸ ਦਾ ਸਿਮਰਨ ਕਹਿੰਦੇ ਹਾਂ। ਅਤੇ ਫਿਰ ਭਾਈ ਸਾਹਿਬ ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਸਾਸ ਗਰਾਸ ਦੇ ਸਿਮਰਨ ਦੇ ਵਿੱਚ ਆਪਣੇ ਮੂੰਹ ਦੇ ਨਾਲ ਕੋਈ ਵੀ ਖੁਰਾਕ ਖਾ ਲਓ, ਚਾਹੇ ਮਾਸਾਹਾਰੀ ਖਾ ਲਓ ਚਾਹੇ ਸ਼ਾਕਾਹਾਰੀ ਖਾ ਲਓ, ਉਹਦਾ ਕੋਈ ਸਵਾਦ ਜਿਹੜਾ ਇਨਸਾਨ ਨੂੰ ਨਹੀਂ ਆਉਂਦਾ, ਕਿਉਂਕਿ ਉਹਦੀ ਸੁਰਤ ਜਿਹੜੀ ਉਹ ਗਰਾਸ ਦੇ ਸਿਮਰਨ ਦੇ ਵਿੱਚ, ਆਨੰਦ ਦੇ ਵਿੱਚ ਪੂਰੀ ਤਰ੍ਹਾਂ ਘੁਲ ਗਈ ਹੁੰਦੀ ਆ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਇਹ ਕਿਉਂ ਉੱਚੀਆਂ ਅਵਸਥਾ ਦੀ ਗੱਲ ਹੈਗੀ ਆ। ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਜਦੋਂ ਇਹ ਉੱਚੀਆਂ ਅਵਸਥਾ ਮਾਣਦੇ ਫਿਰ ਉਹਨਾਂ ਦੀ ਖੁਰਾਕ ਕੇਵਲ ਅਤੇ ਕੇਵਲ ਨਾ ਮਾਸਾਹਾਰੀ ਹੁੰਦੀ ਨਾ ਸ਼ਾਕਾਹਾਰੀ ਹੁੰਦੀ। ਉਹਨਾਂ ਨੂੰ ਕੇਵਲ ਅਤੇ ਕੇਵਲ ਜਿਹੜੀ ਭੁੱਖ ਲੱਗਦੀ ਉਹ ਸੱਚ ਦੇ ਨਾਮ ਦੀ ਲੱਗਦੀ ਆ।
ਜਿਹਨੂੰ ਗੁਰਬਾਣੀ ਨੇ ਕਿਹਾ ਕਿ ਸਾਚੇ ਨਾਮ ਕੀ ਲਾਗੇ ਭੂਖ, ਸੱਚੇ ਨਾਮ ਦੀ ਭੁੱਖ ਲੱਗਦੀ ਆ ਤੇ ਸਾਚਾ ਨਾਮ ਮੇਰਾ ਆਧਾਰ ਹੋ। ਸੱਚ ਦਾ ਨਾਮ ਉਹਨਾਂ ਦਾ ਆਧਾਰ ਬਣ ਜਾਂਦਾ, ਖੁਰਾਕ ਬਣ ਜਾਂਦਾ, ਆਸਰਾ ਬਣ ਜਾਂਦਾ। ਉਹ ਪਵਨਹਾਰੀ ਹੋ ਜਾਂਦੇ ਆ। ਭਾਵ ਕੀ ਆ, ਸ਼ਬਦ ਤੇ ਸੁਰਤ ਦੇ ਨਾਲ ਡਿੱਗ ਜਾਂਦੇ ਆ। ਉਹਨਾਂ ਦਾ ਫਿਰ ਦੇਹ ਦੇ ਨਾਲ ਕੋਈ ਨਾਤਾ ਨਹੀਂ ਰਹਿੰਦਾ, ਕਿਉਂਕਿ ਇਹ ਸਾਰੀਆਂ ਨਾ ਗੱਲਾਂ ਉੱਚੀਆਂ ਹੈਗੀਆਂ। ਪਰ ਜੇ ਅਸੀਂ ਥੋੜ੍ਹਾ ਜਿਹਾ ਸਰੀਰ ਦੀ ਗੱਲ ਕਰੀਏ ਤੇ ਸਰਦਾਰ ਰਘਵੀਰ ਸਿੰਘ ਵੀਰ ਉਹਨਾਂ ਨੇ ਇਹ ਗੱਲ ਜ਼ਰੂਰ ਮੰਨੀ ਆ ਕਿ ਮਾਸ ਖਾਣ ਦੇ ਨਾਲ ਉਹਨਾਂ ਨੂੰ ਕਿਸੇ ਸਮੇਂ ਦੇ ਵਿੱਚ ਜਿਹੜੀ ਸੀ ਨਾ, ਉਹ ਦਿਲ ਦੀ ਬਿਮਾਰੀ ਲੱਗੀ ਸੀ। ਸੋ ਦਿਲ ਦੀ ਬਿਮਾਰੀ ਲੱਗਣ ਕਰਕੇ ਕਹਿੰਦੇ ਫਿਰ ਅਸੀਂ 5 ਸਾਲ ਹਿਮਾਲਿਆ ਦੇ ਕਿਸੇ ਐਸੇ ਪਹਾੜ 'ਤੇ ਜਿਹੜੇ ਡਿਗਸ਼ਈ ਜਿਹਨੂੰ ਆਖਦੇ ਆ, ਉੱਥੇ ਜਾ ਕੇ 5 ਸਾਲ ਬਿਤਾਏ ਸੀਗੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਾਸ ਖਾਣ ਦੇ ਨਾਲ ਭਾਵੇਂ ਆਤਮਿਕ ਤਰੱਕੀ ਜਿਹੜੀ ਪੱਕ ਜਾਂਦੀ ਆ, ਉਹਦੇ ਉੱਤੇ ਜਿਹੜਾ ਹੈਗਾ ਨਾ ਮਾਤਰ ਅਸਰ ਪੈਂਦਾ, ਪਰ ਸਰੀਰ ਦੇ ਉੱਪਰ ਜ਼ਰੂਰ ਅਸਰ ਪੈਂਦਾ। ਜਿਵੇਂ ਅਸੀਂ ਸਿੱਧੇ ਤੌਰ 'ਤੇ ਗੱਲ ਕਰੀਏ ਕਿ ਜਿਹੜੇ ਪ੍ਰਾਣੀ ਮਾਸ ਖਾਂਦੇ ਹਨ ਨਾ, ਮਾਸ ਖਾਣ ਵਾਲਿਆਂ ਦੇ ਜਿਹੜੇ ਹਨ ਨਾ ਦੰਦ ਹੈਗੇ ਆ, ਇਹ ਬਹੁਤ ਜਲਦੀ ਖਰਾਬ ਹੁੰਦੇ ਆ। ਪਰ ਹੁਣ ਜਿਹੜੇ ਜਾਨਵਰ ਅਸੀਂ ਬਣਾਏ ਆ, ਜਿਹੜੇ ਮਾਸਾਹਾਰੀ ਆ, ਚਾਹੇ ਸ਼ੇਰ, ਚਾਹੇ ਕੁਛ ਬਘਿਆੜ ਲਾ ਲਓ ਜਾਂ ਹੋਰ ਪੰਛੀ ਵੀ ਲਾ ਲਓ, ਪਰ ਉਹਨਾਂ ਦੇ ਨਾਲ ਉਹ ਚੀਜ਼ ਨਹੀਂ ਬਣਦੀ ਹੈਗੀ ਜਿਹੜੀ ਚੀਜ਼ ਮਨੁੱਖ ਦੇ ਨਾਲ ਬਣਦੀ ਆ। ਕਿਉਂਕਿ ਮਨੁੱਖ ਦੇ ਦੰਦਾਂ ਦੀ ਬਣਤੇ ਜਿਹੜੀ ਹੈ ਨਾ, ਉਹ ਵਾਹਿਗੁਰੂ ਜੀ ਨੇ ਉਹ ਮਾਸਾਹਾਰੀ ਨਹੀਂ ਬਣਾਈ। ਇਹਦੀ ਸਮਝ ਜਿਹੜੀ ਹੈ ਨਾ, ਮਨੁੱਖ ਨੂੰ ਵਾਹ ਦੇ ਵਿੱਚ ਆਉਂਦੀ ਆ। ਇਸ ਕਰਕੇ ਗੁਰਬਾਣੀ ਨੇ ਸਾਨੂੰ ਇਹ ਦੱਸਿਆ ਹੈਗਾ ਕਿ ਮਾਸ ਖਾਣਾ ਜਾਂ ਨਾ ਖਾਣਾ ਇਹ ਗੁਰਸਿੱਖ ਦੇ ਉੱਪਰ ਨਿਰਭਰ ਹੈ। ਪਰ ਅਗਰ ਉਹਨੇ ਆਪਣੇ ਜੀਵਨ ਦੀ ਰੂਹਾਨੀਅਤ ਤਰੱਕੀ ਲਗਾਤਾਰ ਜਾਰੀ ਰੱਖਣੀ ਹੈਗੀ ਆ, ਆਪਣੀ ਸੋਚ ਨੂੰ ਉੱਚਾ ਰੱਖਣਾ, ਮਨ ਜਿਹੜਾ ਹੈਗਾ ਨੀਵਾਂ ਰੱਖਣਾ, ਮੱਤ ਉੱਚੀ ਰੱਖਣੀ ਆ, ਤੇ ਉਹਨੂੰ ਹੈ ਨਾ ਫਿਰ ਇਹ ਚੀਜ਼ਾਂ ਜਿਹੜੀਆਂ ਨਾ ਪਰਹੇਜ਼ ਦੇ ਤੌਰ 'ਤੇ ਵਰਤਣੀਆਂ ਪੈਂਦੀਆਂ। ਅਖੀਰ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਸਾਨੂੰ ਇਹ ਦੱਸਿਆ ਹੈਗਾ ਕਿ ਮਾਸ ਖਾਣਾ ਜਿਹੜਾ ਹੈ ਨਾ, ਕਿਸੇ ਟਾਈਮ ਕਹਿੰਦੇ ਅਸੀਂ ਇਸ ਚੀਜ਼ ਦਾ ਟੇਸਟ ਚੱਖਿਆ ਸੀਗਾ ਕਿਸੇ ਟਾਈਮ, ਪਰ ਉਹਨੇ ਇਹ ਚੀਜ਼ ਮੰਨੀ ਸੀ ਕਿ ਇਹ ਨਾਮ ਅਭਿਆਸੀਆਂ ਵਾਸਤੇ ਕੋਈ ਉੱਤਮ ਖੁਰਾਕ ਨਹੀਂ ਹੈ। ਇਸ ਕਰਕੇ ਕਹਿਣ ਤੋਂ ਭਾਵ ਇਹ ਹੈ ਕਿ ਜਿੰਨਾ ਵੀ ਮਾਸ ਤੋਂ ਬਚਿਆ ਜਾਵੇ ਓਨਾ ਹੀ ਬਹੁਤ ਵਧੀਆ ਹੈਗਾ। ਪਰ ਅਗਰ ਅਸੀਂ ਮਾਸ ਨੂੰ ਕਹਿ ਦਈਏ ਕਿ ਇਹ ਜਿਹੜੀ ਖੁਰਾਕ ਆ, ਜਿਸ ਖੁਰਾਕ ਦੇ ਨਾਲ ਜਿਹੜਾ ਇਨਸਾਨ ਨੂੰ ਤਕੜਾ ਹੋ ਜਾਂਦਾ, ਜਾਂ ਜਿਹੜੀ ਖੁਰਾਕ ਇਨਸਾਨ ਨੂੰ ਉੱਚਾ ਲੈ ਜਾਂਦੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਕਿਉਂਕਿ ਇਹ ਹਰੇਕ ਚੀਜ਼ ਹੈ ਨਾ ਸਰੀਰ ਦੇ ਉੱਤੇ ਨਿਰਭਰ ਕਰਦੀ ਆ। ਜਿਵੇਂ ਅਸੀਂ ਦੇਖਦੇ ਹਾਂ, ਥੋੜ੍ਹਾ ਜਿਹਾ ਇਸ ਚੀਜ਼ ਨੂੰ ਹੋਰ ਆਪਾਂ ਦੇਖਦੇ ਹਾਂ ਕਿ ਕਈ ਇਨਸਾਨਾਂ ਨੂੰ ਕੋਈ ਸਬਜ਼ੀਆਂ ਚੰਗੀਆਂ ਲੱਗਦੀਆਂ, ਕਈਆਂ ਨੂੰ ਨਹੀਂ ਚੰਗੀਆਂ ਲੱਗਦੀਆਂ, ਕਈਆਂ ਨੂੰ ਕੋਈ ਦਾਲ ਚੰਗੀ ਲੱਗਦੀ, ਕਈਆਂ ਨੂੰ ਨਹੀਂ ਚੰਗੀ ਲੱਗਦੀ। ਭਾਵ ਕੀ ਆ ਕਿ ਹਰੇਕ ਚੀਜ਼ ਦਾ ਮਨ ਦਾ ਜਿਹੜਾ ਝੁਕਾਅ ਕਈਆਂ ਦਾ ਅਲੱਗ ਆ, ਕਈਆਂ ਦਾ ਅਲੱਗ ਹੁੰਦਾ ਹੈ। ਪਰ ਕਿਉਂ ਹੁੰਦਾ? ਕਿਉਂਕਿ ਉਹਨਾਂ ਦੀ ਬਚਪਨ ਦੇ ਵਿੱਚ ਹੈ ਨਾ, ਉਹ ਜਿਹੜੀ ਚੀਜ਼ ਉਹਨਾਂ ਨੇ ਘੱਟ ਵੱਧ ਜਾਂ ਮਾਤਰਾ ਦੇ ਵਿੱਚ ਖਾਧੀ ਹੁੰਦੀ, ਇਸ ਕਰਕੇ ਉਹ ਜਿਹੜੀ ਸਰੀਰ ਦੀ ਆਦਤ ਹੈ ਨਾ, ਉਹ ਨਹੀਂ ਬਣਦੀ ਹੈਗੀ। ਪਰ ਕਈਆਂ ਨੂੰ ਉਹਨਾਂ ਦੇ ਸੁਭਾਅ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹਨਾਂ ਨੂੰ ਕੋਈ ਵੀ ਚੀਜ਼ ਆ ਜਾਵੇ, ਫਿਰ ਉਹਨਾਂ ਨੂੰ ਹੈ ਨਾ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਬਣਦਾ ਹੈਗਾ, ਚਾਹੇ ਉਹ ਚੀਜ਼ ਕਿਸ ਤਰ੍ਹਾਂ ਦੀ ਜਾਂ ਕਿਸ ਤਰ੍ਹਾਂ ਦੀ ਨਹੀਂ ਹੈ, ਜਾਂ ਸ਼ਾਕਾਹਾਰੀ ਜਾਂ ਮਾਸਾਹਾਰੀ, ਉਹ ਕੋਈ ਵੀ ਚੀਜ਼ ਹਾਜ਼ਮ ਕਰ ਸਕਦੇ, ਕਿਉਂਕਿ ਉਹਨਾਂ ਦਾ ਮਿਹਦਾ ਜਿਹੜਾ ਹੈ ਨਾ ਕੁਦਰਤੀ ਤੌਰ 'ਤੇ ਇਸ ਢੰਗ ਦਾ ਹੋ ਜਾਂਦਾ, ਜਾਂ ਉਹ ਮਿਹਦੇ ਨੂੰ ਹੈ ਨਾ ਆਦਤ ਬਣ ਜਾਂਦੀ ਆ। ਪਰ ਸਮਾਂ ਵਾਕਿਆ ਉੱਥੇ ਦੇਖਦੇ ਹਾਂ ਕਿ ਜਿਉਂ-ਜਿਉਂ ਇਨਸਾਨ ਦੀ ਉਮਰ ਵੱਧਦੀ ਆ, ਇਨਸਾਨ ਦੀ ਜਿਹੜੀ ਅੰਦਰਲੀ ਬਾਡੀ ਆ ਹੈ ਨਾ, ਜਾਂ ਮਿਹਦਾ ਕੋਈ ਵੀ ਚੀਜ਼ ਆ, ਉਹ ਸਮਾਂ ਪਾ ਕੇ ਕਮਜ਼ੋਰ ਹੋਣ ਲੱਗ ਪੈਂਦੀ ਆ। ਉਹਦੇ ਵਿੱਚ ਉਹ ਜਿਹੜੀ ਪਾਚਨ ਸ਼ਕਤੀ ਉਹ ਘਟ ਜਾਂਦੀ ਆ। ਇਸ ਕਰਕੇ ਇਨਸਾਨ ਨੇ ਅਗਰ ਆਪਣੇ ਸਰੀਰ ਨੂੰ ਬਿਲਕੁਲ ਤੰਦਰੁਸਤ ਰੱਖਣਾ, ਠੀਕ ਰੱਖਣਾ ਹੈਗਾ, ਤਾਂ ਫਿਰ ਉਹਨੂੰ ਉਹ ਖੁਰਾਕ ਖਾਣੀ ਚਾਹੀਦੀ ਹੈ ਜਿਹਦੇ ਨਾਲ ਨਾ ਸਰੀਰ ਦੇ ਉੱਤੇ ਇੰਨਾ ਬੋਝ ਨਾ ਪਵੇ, ਇੰਨਾ ਭਾਰ ਨਾ ਪਵੇ। ਅਤੇ ਕਿਉਂਕਿ ਦੰਦ ਜਿਹੜੇ ਹੈਗੇ ਆ, ਕਿਉਂ ਜਵਾਨੀ ਦੇ ਟਾਈਮ ਦੰਦਾਂ 'ਚ ਤਾਕਤ ਹੁੰਦੀ ਆ, ਹਰੇਕ ਚੀਜ਼ ਨੂੰ ਚਬਾ ਸਕਦੇ ਆ। ਪਰ ਜਿਉਂ-ਜਿਉਂ ਇਨਸਾਨ ਦਾ ਸਰੀਰ ਬੁੱਢਾ ਹੁੰਦਾ, ਉਹਦੀ ਨਜ਼ਰ ਕਮਜ਼ੋਰ ਹੋ ਜਾਂਦੀ ਆ, ਕੰਨਾਂ ਦੀ ਸੁਰਤ ਵੀ ਘਟਣ ਲੱਗ ਪੈਂਦੀ ਆ, ਦੰਦ ਵੀ ਕਮਜ਼ੋਰ ਹੋ ਜਾਂਦੇ ਆ। ਸੋ ਉਹ ਜਿਹੜੀ ਚੀਜ਼ ਖਾਧੀ ਜਾਂਦੀ ਆ, ਉਹਦਾ ਸਰੀਰ ਦੇ ਉੱਤੇ ਵੀ ਅਸਰ ਹੁੰਦਾ ਹੈਗਾ, ਅਤੇ ਮਿਹਦਾ ਉਸ ਚੀਜ਼ ਨੂੰ ਇੰਨੀ ਛੇਤੀ ਹਾਜ਼ਮ ਨਹੀਂ ਕਰ ਸਕਦਾ। ਸੋ ਜ਼ਰੂਰੀ ਹੈਗਾ ਕਿ ਇਨਸਾਨ ਨੇ ਉਹ ਚੀਜ਼ ਖਾਣੀ ਹੈਗੀ ਆ ਜਿਹੜੀ ਉਹਦੇ ਸਭ ਤੋਂ ਵਾਸਤੇ ਹੈ ਨਾ ਵਧੀਆ ਹੈਗੀ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ, ਕਬੀਰ ਖੂਬ ਖਾਨਾ ਖਿਚੜੀ ਜਾਮੇ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਭਾਵ ਕੀ ਆ, ਖੂਬ ਖਿਚੜੀ ਖਾਣੀ ਆ, ਉਹ ਚੀਜ਼ ਖਾਣੀ ਆ ਜਿਹਦੇ ਨਾਲ ਮਨ ਦੇ ਵਿੱਚ ਸ਼ਾਂਤੀ ਰਹੇ, ਖੁਸ਼ੀ ਰਹੇ, ਆਨੰਦ ਰਹੇ, ਉਲਾਸ ਰਹੇ, ਖੇੜਾ ਰਹੇ। ਅਤੇ ਇਸੇ ਕਰਕੇ ਗੁਰਬਾਣੀ ਨੇ ਸਾਨੂੰ ਆਖਿਆ ਹੈ, ਇਨਸਾਨ ਨੂੰ ਸੋਝੀ ਦਿੱਤੀ ਹੈਗੀ ਆ
ਕਿ ਤੇਰੀ ਜਿਹੜੀ ਹੈ ਨਾ ਸੰਬੰਧ ਆ ਕੇਵਲ ਤੇ ਕੇਵਲ ਵਾਹਿਗੁਰੂ ਨੇ ਤੈਨੂੰ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਬਖਸ਼ੀਆਂ, ਫਲ ਫਰੂਟ ਬਖਸ਼ੇ ਆ, ਹਰੇਕ ਚੀਜ਼ ਬਖਸ਼ੀ ਆ, ਲੇਕਿਨ ਜੀਵਾਂ ਦੇ ਵਾਸਤੇ ਜਿਹੜੀ ਜੀਆਂ ਦਾ ਆਹਾਰ ਆ ਉਹ ਦਿੱਤਾ ਹੈਗਾ। ਭਾਵ ਕੀ ਹੈ ਕਿ ਜੀਵ ਆਪਣੇ ਖਾਣ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਮਿਹਨਤ ਨਹੀਂ ਕਰਦੇ, ਕੋਈ ਬਿਜ਼ਨਸ ਵਪਾਰ ਨਹੀਂ ਕਰਦੇ, ਕੋਈ ਹੱਟ ਨਹੀਂ ਚਲਾਉਂਦੇ, ਪਰ ਇਨਸਾਨ ਨੇ ਜਿਹੜੀ ਵੀ ਚੀਜ਼ ਖਾਣੀ ਉਹਨੇ ਆਪਣੀ ਮਿਹਨਤ ਨਾਲ ਕਰਨੀ ਆ, ਦਸਾਂ ਨਹੁੰ ਦੀ ਕਿਰਤ ਕਮਾਈ ਕਰਕੇ ਖਾਣੀ ਆ। ਪਰ ਜਿਹੜੀ ਦਸਾਂ ਨਹੁੰ ਦੀ ਕਿਰਤ ਕਮਾਈ ਕਰਕੇ ਚੀਜ਼ ਉਹ ਖਾਣੀ ਆ, ਜਿਹੜੀ ਚੀਜ਼ ਹੈ ਨਾ ਗੁਰੂ ਦੇ ਯੋਗ ਆ, ਭਾਵ ਕਿ ਜੋ ਗੁਰੂ ਦੇ ਲੰਗਰ ਵਿੱਚ ਹੈ ਨਾ ਅਸੀਂ ਉਹ ਚੀਜ਼ ਖਾਣੀ ਆ। ਹੁਣ ਦੇਖੋ ਆਪਾਂ ਥੋੜ੍ਹੀ ਜਿਹੀ ਵਿਚਾਰ ਨੂੰ ਅਗਰ ਦੇਖਦੇ ਹਾਂ ਕਿ ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਜਾਂ ਅਖੰਡ ਪਾਠਾਂ ਸਾਹਿਬਾਂ ਦੇ ਟਾਈਮ ਲੰਗਰ ਜਿਹੜੇ ਹੈ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ 'ਤੇ ਚਲਾਉਂਦੇ ਹਾਂ, ਅਤੇ ਜਿੰਨੇ ਵੀ ਅਸੀਂ ਪਦਾਰਥ ਬਣਾਉਂਦੇ, ਚਾਹੇ 36 ਪ੍ਰਕਾਰ ਦੇ ਭੋਜਨ ਬਣਾਏ ਆ, ਉਹਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ। ਜਦੋਂ ਲੰਗਰ ਨੂੰ ਭੋਜਨ ਛਕਾਉਣਾ ਹੋਵੇ, ਸੰਗਤ ਨੂੰ ਭੋਜਨ ਛਕਾਉਣਾ ਹੋਵੇ, ਉਹਦੇ ਵਿੱਚ ਕੀ ਬੇਨਤੀ ਕਰਦੇ ਹਾਂ ਕਿ ਅਨੇਕ ਪ੍ਰਕਾਰ ਭੋਜਨ ਬੋ ਕੀਏ, ਬੋ ਬਿੰਜਨ ਮਿਸਟਾਏ, ਕਰੀ ਪਾਕ ਸਦ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਲਾਏ। ਭਾਵ ਕੀ ਆ, ਜਦੋਂ ਅਸੀਂ ਭੋਗ ਦੀ ਗੱਲ ਕਰਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ, ਸ੍ਰੀ ਸਾਹਿਬ ਨਾਲ ਜਦ ਭੋਗ ਲਾਉਂਦੇ ਹਾਂ, ਅਤੇ ਇਹ ਭੋਗ ਉਹ ਭੋਗ ਵਾ ਉਹਨਾਂ ਪਦਾਰਥਾਂ ਨੂੰ ਲਾਇਆ ਜਾਂਦਾ ਹੈ ਜਿਹੜੇ ਸ਼ਾਕਾਹਾਰੀ ਹੈ, ਜਿਨ੍ਹਾਂ 'ਚ ਅੰਦਰ ਅੰਮ੍ਰਿਤ ਰਸ ਹੈਗਾ। ਪਰ ਅਗਰ ਉੱਥੇ ਮਾਸ ਰੱਖ ਕੇ ਅਗਰ ਕੋਈ ਭੋਗ ਲਾਉਣਾ ਚਾਹੇ ਤਾਂ ਇਹ ਕਿਸੇ ਤਰ੍ਹਾਂ ਵੀ ਜਿਹੜਾ ਹੈ ਨਾ ਇਸ ਨੂੰ ਨਹੀਂ ਜਿਹੜਾ ਹੈ ਨਾ ਲਾਇਆ ਜਾ ਸਕਦਾ। ਕਿਉਂ? ਮਾਸ ਧਰਮ ਦਾ ਹਿੱਸਾ ਨਹੀਂ ਹੈ। ਇਸ ਕਰਕੇ ਜੋ ਧਰਮ ਦਾ ਹਿੱਸਾ ਹੈ ਨਾ ਉਹ ਸ਼ਾਕਾਹਾਰੀ ਚੀਜ਼ ਹੈ, ਨਾ ਕਿ ਮਾਸ ਹੈ। ਪਰ ਜਿਹੜੇ ਇਨਸਾਨ ਮਾਸ ਵਰਤਦੇ ਆ, ਅਖੀਰ ਉਹ ਇਸ ਸਿੱਟੇ 'ਤੇ ਜ਼ਰੂਰ ਪਹੁੰਚਣਗੇ ਕਿ ਇਹ ਮਾਸ ਕੋਈ ਉੱਤਮ ਖੁਰਾਕ ਨਹੀਂ ਹੈਗੀ ਆ, ਜਿਸ ਨੂੰ ਉਹ ਕਿਸੇ ਟਾਈਮ ਸਮਝਦੇ ਰਹੇ ਆ। ਪਰ ਜਿਨ੍ਹਾਂ ਨੇ ਆਪਣੀ ਮੰਜ਼ਿਲ 'ਤੇ ਜਾਣਾ, ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ, ਵਾਹਿਗੁਰੂ ਦਾ ਖੁਸ਼ੀ ਹਾਸਲ ਕਰਨੀ ਆ, ਕੋਈ ਨਾ ਕੋਈ ਕਿਸੇ ਮਕਸਦ, ਕਿਸੇ ਸਟੇਜ 'ਤੇ, ਕਿਸੇ ਅਵਸਥਾ 'ਤੇ ਜਾਣਾ ਹੈਗਾ, ਅਤੇ ਉਹਦੇ ਵਾਸਤੇ ਜਿਹੜਾ ਹੈ ਨਾ ਸਭ ਤੋਂ ਵੱਡੀ ਚੀਜ਼ ਹੁੰਦੀ ਉਹ ਹੁੰਦਾ ਹੈ ਤਿਆਗ। ਅਤੇ ਤਿਆਗ ਜਿਹੜਾ ਹੁੰਦਾ ਹੈਗਾ ਉਹ ਇਸ ਚੀਜ਼ ਦਾ ਤਿਆਗ ਕਰਨਾ ਜਿਹਦੇ ਨਾਲ ਹੈ ਨਾ ਮਨ ਦੀ ਖੁਸ਼ੀ ਬਣਦੀ ਆ। ਹੁਣ ਮਨ ਦੀ ਜਿਹੜੀ ਖੁਸ਼ੀ ਆ ਉਹ ਮਨ ਦੀ ਦੁਨੀਆ ਦੇ ਵਿੱਚ ਹੈ। ਇਸ ਕਰਕੇ ਗੁਰਮੁਖ ਪਿਆਰਿਆਂ ਨੂੰ ਮਨ ਦੀ ਦੁਨੀਆ ਦੀਆਂ ਖੁਸ਼ੀਆਂ ਅਤੇ ਜਿਹੜੀਆਂ ਰੁਚੀਆਂ ਹਨ ਇਹ ਛੱਡਣੀਆਂ ਪੈਣੀਆਂ ਹੈਗੀਆਂ। ਇਸ ਕਰਕੇ ਇਹ ਜਿਹੜਾ ਮਾਸ ਹੈਗਾ ਹੈ ਤਾਂ ਇੱਕ ਰਸ ਹੈਗਾ, ਪਰ ਇਹ ਰਸ ਜਿਹੜਾ ਹੈ ਨਾ ਇਨਸਾਨ ਨੂੰ ਛੱਡਣਾ ਪੈਣਾ ਹੈਗਾ, ਤਾਂ ਜੋ ਉਹ ਆਪਣੇ ਮਾਰਗ ਦੇ ਵਿੱਚ ਬਿਲਕੁਲ ਸਹੀ ਤੌਰ 'ਤੇ ਚੱਲ ਸਕੇ, ਆਪਣੀ ਮੰਜ਼ਿਲ ਸਹੀ ਤੌਰ 'ਤੇ ਪਾ ਸਕੇ। ਭਾਵ ਕੀ ਹੈ ਕਿ ਸਜੀਵਾਂ ਕਾ ਆਹਾਰ ਜੀਵ ਖਾਵਣਾ ਠੀਕ ਹੈਗਾ, ਲੇਕਿਨ ਇਨਸਾਨ ਉਸ ਜੀਵਾਂ ਵਿੱਚ ਨਹੀਂ ਆਉਂਦਾ ਕਿ ਜਿੰਨੇ ਦੂਸਰੇ ਜੀਵਾਂ ਦਾ ਆਹਾਰ ਕਰਨਾ ਹੈਗਾ। ਕਹਿਣ ਤੋਂ ਭਾਵ ਇੰਨਾ ਹੈਗਾ ਕਿ ਜਿਹੜੇ ਜੀਵ ਹੈਗੇ, ਹੁਣ ਮੱਛੀ ਵੱਡੀ ਮੱਛੀ ਛੋਟੀ ਨੂੰ ਖਾਂਦੀ ਆ, ਪਰ ਇਨਸਾਨ ਜਿਹੜਾ ਹੈ ਨਾ ਉਹ ਇਨਸਾਨ ਨੂੰ ਨਹੀਂ ਖਾ ਸਕਦਾ। ਕਿਉਂ? ਕਿਉਂਕਿ ਇਹ ਇਨਸਾਨ ਅਗਰ ਜੀਵ ਹੁੰਦਾ ਤਾਂ ਜੀਵ ਖਾਂਦਾ। ਇਨਸਾਨ ਦੇ ਅੰਦਰ ਸੋਝੀ ਹੈ ਕਿਹੜੀ ਚੀਜ਼ ਖਾਣੀ, ਕਿਹੜੀ ਨਹੀਂ ਖਾਣੀ। ਪਰ ਹਾਂ, ਇੱਕ ਗੱਲ ਜ਼ਰੂਰ ਮੰਨੀ ਹੈ ਸਾਡੇ ਜਿਹੜੇ ਹੈ ਗੁਰਮੁਖ ਪਿਆਰਿਆਂ ਨੇ, ਉਹ ਇਹ ਹੈਗੀ ਆ ਕਿ ਜਦ ਕਿਸੇ ਟਾਈਮ ਇਨਸਾਨ ਦੀ ਮਜਬੂਰੀ ਬਣ ਜਾਂਦੀ ਹੈ, ਖਾਸ ਕਰਕੇ ਸੰਤ ਸਿਪਾਹੀ ਦੁਨੀਆ ਦੇ ਅੰਦਰ, ਕਿ ਜਦੋਂ ਕਿਸੇ ਧਰਮ ਦੀ ਖਾਤਰ, ਧਰਮ ਦੀ ਜੰਗ ਦੇ ਟਾਈਮ ਉਹ ਕਿਸੇ ਐਸੀ ਅਵਸਥਾ ਤੇ ਵਿੱਚ ਫਸ ਜਾਂਦੇ ਆ ਜਾਂ ਜੰਗਲ 'ਚ ਚਲੇ ਜਾਂਦੇ ਆ ਜਿੱਥੇ ਉਹਨਾਂ ਦੇ ਸਾਰੇ ਖਾਣ ਦੇ ਜਿਹੜੇ ਨਾ ਸਾਧਨ ਸੀਮਤ ਹੋ ਜਾਂਦੇ। ਕਿਉਂ? ਨਾ ਤਾਂ ਉੱਥੇ ਕੋਈ ਦੁਕਾਨ ਹੁੰਦੀ, ਨਾ ਕੋਈ ਵਪਾਰ ਹੁੰਦਾ ਹੈਗਾ, ਨਾ ਉੱਥੇ ਉਹਨਾਂ ਨੂੰ ਰਾਸ਼ਨ ਪਹੁੰਚਦਾ ਹੈਗਾ। ਪਰ ਉਹਨਾਂ ਨੇ ਆਪਣੀ ਜਿਹੜੀ ਹੈ ਨਾ ਇਹ ਜੰਗ ਹੈ ਜਾਰੀ ਰੱਖਣੀ ਆ, ਇਸ ਜੀਵਨ ਨੂੰ ਸਰਜੀਤ ਰੱਖਣਾ ਹੈਗਾ। ਜਦ ਜੀਵਨ ਨੂੰ ਸਰਜੀਤ ਰੱਖਣਾ ਤੇ ਉਸ ਟਾਈਮ ਉਹ ਜੰਗਲ ਦੇ ਵਿੱਚ ਸ਼ਿਕਾਰ ਕਰਕੇ ਉਹਨਾਂ ਜਾਨਵਰਾਂ ਦਾ, ਜਿਨ੍ਹਾਂ ਜਾਨਵਰਾਂ ਦੀ ਜਿਹੜੀ ਹੈ ਨਾ ਜਾਂ ਉਹ ਗੱਲ ਸਾਨੂੰ ਗੁਰਮੁਖ ਪਿਆਰਿਆਂ ਨੇ ਦੱਸੀ ਹੈਗੀ ਆ ਕਿ ਹਸਤ ਅਖਾਜ ਗਮਾਨ ਕਰ, ਸ਼ੀਸ਼ ਤਾਣਾ ਕੋਈ ਨਾ ਖਾਈ, ਹੋਏ ਨਿਮਾਣੀ ਬੱਕਰੀ ਦੀਨ ਦੁਨੀ ਵਡਿਆਈ ਪਾਈ। ਐਸੇ ਜਾਨਵਰ ਜਿਹੜੇ ਹੈ ਨਾ ਉਸ ਟਾਈਮ ਉਹ ਖਾ ਸਕਦੇ ਹੈਗੇ ਆ। ਪਰ ਕਿਵੇਂ ਖਾ ਸਕਦੇ ਹੈਗੇ ਆ? ਉਹ ਕਿਸੇ ਸਵਾਦ ਜਾਂ ਟੇਸਟ ਵਿੱਚ ਨਹੀਂ ਖਾ ਸਕਦੇ, ਕਿਸੇ ਰਸ ਦੇ ਵਿੱਚ, ਕਿਸੇ ਰੁਚੀ 'ਚ ਨਹੀਂ। ਕਿਉਂ? ਉਹ ਚੀਜ਼ ਜਿਹੜੀ ਹੈ ਨਾ ਉਸ ਟਾਈਮ ਅਵਸਥਾ ਐਸੀ ਬਣ ਜਾਂਦੀ ਹੈਗੀ ਹੈ ਜਿਸ ਟਾਈਮ ਸਰੀਰ ਦੀ ਉਹ ਚੀਜ਼ ਲੋੜ ਬਣ ਜਾਂਦੀ ਹੈ। ਪਰ ਜਦ ਇਹ ਲੋੜ ਪੂਰੀ ਹੋ ਜਾਂਦੀ ਹੈਗੀ ਆ ਤੇ ਫਿਰ ਸਾਡੇ ਸਿੰਘ ਜਿਹੜੇ ਹਨ ਇਸ ਚੀਜ਼ ਵੱਲ ਝਾਕਦੇ ਵੀ ਨਹੀਂ ਗੇ। ਭਾਵ ਕੀ ਹੈ ਕਿ ਉਹ ਫਿਰ ਆਪਣੀ ਪਹਿਲੀ ਚੀਜ਼ ਜਿਹੜੀ ਹੈ ਨਾ ਉੱਥੇ ਹੀ ਆ ਜਾਂਦੇ ਆ। ਉਹ ਕੀ ਹੈ ਕਿ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਹੀਂ ਜੀਓ। ਸੋ ਕਹਿਣ ਤੋਂ ਭਾਵ ਹੈ ਕਿ ਉਹਨਾਂ ਦੀ ਅਵਸਥਾ ਜਿਹੜੀ ਹੈ ਨਾ
ਵਾਹਿਗੁਰੂ ਨੇ ਇਸ ਢੰਗ ਦੀ ਬਣਾਈ ਹੈ ਕਿ ਉਹ ਸਭ ਕੁਝ ਖਾ ਕੇ ਵੀ ਉਹਨਾਂ ਦੇ, ਕਿਉਂਕਿ ਉਹਨੇ ਉਹ ਜੋ ਚੀਜ਼ ਖਾਧੀ ਹੈ ਨਾ, ਕਿਸੇ ਰੁਚੀ ਨਾਲ ਨਹੀਂ ਖਾਧੀ, ਕਿਸੇ ਖੁਸ਼ੀ ਨਾਲ ਨਹੀਂ, ਕਿਸੇ ਜੀਵ ਦੇ ਰਸ ਨਾਲ ਨਹੀਂ ਖਾਧੀ ਹੈ। ਉਹ ਚੀਜ਼ ਉਹਨਾਂ ਦੀ ਕਿਸੇ ਟਾਈਮ ਜਿਹੜੀ ਖੁਰਾਕ ਸੀ ਨਾ, ਉਹ ਫਿਰ ਮਜਬੂਰੀ ਬਣ ਗਈ ਸੀਗੀ। ਜਿਹੜੀ ਚੀਜ਼ ਮਜਬੂਰੀ ਨਾਲ ਖਾਧੀ ਜਾਂਦੀ ਹੈ, ਉਸ 'ਤੇ ਵਾਹਿਗੁਰੂ ਦੀ ਨਾਰਾਜ਼ਗੀ ਨਹੀਂ ਹੁੰਦੀ, ਸਗੋਂ ਵਾਹਿਗੁਰੂ ਜੀ ਦੀ ਖੁਸ਼ੀ ਹੁੰਦੀ ਹੈਗੀ ਆ। ਇਹ ਜਿਹੜੀ ਖੁਸ਼ੀ ਆ ਨਾ ਵਾਹਿਗੁਰੂ ਜੀ ਦੀ, ਇਹ ਤਾਂ ਹੁਣ ਪਰਮੇਸ਼ਰ ਜਾਣਦਾ ਜਾਂ ਫਿਰ ਸਿੰਘ ਜਾਣਦੇ ਹੈਗੇ ਆ, ਪਰ ਉਹਨਾਂ ਨੇ ਇਹ ਚੀਜ਼ ਖਾ ਕੇ ਵੀ ਲੱਖਾਂ ਜਿਹੜੇ ਇਨਸਾਨਾਂ ਦੇ ਉੱਤੇ ਪਰਉਪਕਾਰ ਕਰਨਾ ਹੁੰਦਾ ਹੈਗਾ। ਪਰ ਜੇ ਅਸੀਂ ਜਿਸ ਸਮਾਜ 'ਚ ਰਹਿੰਦੇ ਹਾਂ, ਪਰ ਜੇ ਸਮਾਜ ਦੇ ਵਿੱਚ ਅੱਜ ਕੱਲ੍ਹ ਖਾਣ ਵਾਸਤੇ 36 ਤਰ੍ਹਾਂ ਦੇ ਪਦਾਰਥ ਇਨਸਾਨ ਨੂੰ ਮਿਲਦੇ ਆ, ਮਨ ਭਾਉਂਦੇ ਦਾਲਾਂ ਸਬਜ਼ੀਆਂ ਦਹੀਂ ਹਰੇਕ ਚੀਜ਼ ਮਿਲਦਾ ਹੈਗਾ, ਫਿਰ ਉਹਨੂੰ ਇਸ ਪਾਸੇ ਜਿਹੜਾ ਜਾਣ ਦੀ ਕੀ ਲੋੜ ਹੈਗੀ ਆ। ਭਾਵ ਕੀ ਆ ਕਿ ਫਿਰ ਉਹ ਆਪਣੇ ਆਨੰਦ ਦਾ ਜੀਵਨ ਜਿਹੜਾ ਹੈ ਨਾ, ਇਹਨਾਂ ਚੀਜ਼ਾਂ ਤੋਂ ਬਗੈਰ ਬੜੇ ਖੁਸ਼ੀ ਨਾਲ, ਬੜੇ ਖੇੜੇ ਨਾਲ ਜਿਹੜਾ ਹੈ ਨਾ ਉਹ ਬਤੀਤ ਕਰ ਸਕਦਾ ਹੈਗਾ, ਕਿ ਉਹਨੂੰ ਪਤਾ ਹੈਗਾ ਕਿ ਇਹ ਜਿਹੜੀ ਜੀਵ ਹੈਗੀ, ਇਹ ਮੱਛੀ ਵਰਗੀ ਜਿਹੜੀ ਹੈਗੀ ਸਦਾ ਲੋਚਦੀ ਰਹਿੰਦੀ ਕਿਸੇ ਨਾ ਕਿਸੇ ਸਵਾਦ ਨੂੰ। ਸੋ ਇਸ ਕਰਕੇ ਹੈਗੀ ਆ ਕਿ ਇਹ ਚੀਜ਼ ਨੂੰ ਸਮਝਣ ਦੀ ਲੋੜ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਹ ਚੀਜ਼ ਸਮਝਾਤੀ ਹੈ ਕਿ ਮਾਸ ਕਰਨ ਜਿਹੜੇ ਹੈਗਾ, ਇਹ ਝਗੜਾ ਜਿਹੜਾ ਹੈ ਨਾ ਇਹ ਪਹਿਲਾਂ ਹੀ ਪੈਦਾ ਹੁੰਦਾ ਹੈਗਾ। ਭਾਵ ਕੀ ਹੈ ਕਿ ਮਾਸ ਖਾਣਾ ਜਾਂ ਨਹੀਂ ਖਾਣਾ, ਇਹ ਜਾਣੀ ਇੱਕ ਝਗੜਾ ਹੈਗਾ, ਇੱਕ ਵਹਿਸ ਹੈਗੀ ਆ, ਜਿਹਦਾ ਕੋਈ ਜਾਣੀ ਕਿ ਆਪਾਂ ਕਹਿ ਲਓ ਕਿ ਸਿਰਾ ਨਹੀਂ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਮਾਸ ਖਾਂਦੇ ਆ ਉਹਨਾਂ ਵਾਸਤੇ, ਜਾਂ ਜਿਹੜੇ ਮਾਸ ਨਹੀਂ ਖਾਂਦੇ ਉਹਨਾਂ ਵਾਸਤੇ ਜਿਹੜਾ ਹੈਗਾ, ਇਹ ਗੁਰਬਾਣੀ ਸਾਨੂੰ ਸੰਦੇਸ਼ ਦਿੰਦੀ ਕਿ ਮਾਸ ਕੋਈ ਉੱਤਮ ਖੁਰਾਕ ਨਹੀਂ ਹੈ। ਜਿੰਨਾ ਇਹ ਤੋਂ ਕੋਈ ਬਚ ਸਕਦਾ ਹੈਗਾ ਜ਼ਰੂਰ ਬਚਣਾ ਚਾਹੀਦਾ ਹੈ, ਤਾਂ ਜੋ ਉਹਦਾ ਇਹ ਲੋਕ ਵੀ ਸੁਖੀ ਹੋਵੇ ਅਤੇ ਪਰਲੋਕ ਵੀ ਸੁਖੀ ਹੋਵੇ। ਸੋ ਇੰਨੇ ਵਚਨ ਕਰਦਾ ਹੋਇਆ 10 ਖੇਮਾਂ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।